मैं तान दी बाण तू है मेरे स्वामी। मैं तुद आगे अरदास। मैं होर थाओ नाही जिस पै करूं बेनंती। मेरा दुख सुख तुझ ही पास। कबीर जिस मरने ते जग डरै, मेरे मन आनंद मरने ते पाइयै पूर्ण परमानंद। क्या जाना किम मरेंगे, कैसा मरना होए। जेकर साहिब मनो ना विसरै, तां सहला मरना होए। सूरा सो पहचानिए जो लरै दीन कै हेत। पुरजा पुरजा कट मरै, कबहू ना छाडै खेत। पुरजा पुरजा कट मरै, कबहू ना छाडै खेत। परम सन्मानयोग जुगो जुग अटल चवर छत्र तख्त दे मालिक, हाजरा हजूर सर्ब कला भरपूर। नाम बाणी के मोहित हलत पलत सवार देण वाले गरीब नवाज सतगुरु धन धन साहिब श्री गुरु ग्रंथ साहिब सच्चे पातशाह महाराज, तिन्हां दी पावन पवित्र हजूरी अंदर सज बैठे गुरु प्यारे गुरु सवारे सत्कारयोग सत संगी जनो। आओ जितने भी माई भाई जन गुरु दरबार विच सज के बैठे हो, सब तो पहला गुरु फतेह ना सांझ करो। कोई भी रसना गुरु फतेह तो वांझी ना रहे। इक्को वारी कहण ते सरबत संगत गज के आखो जी वाहिगुरु जी का खालसा वाहिगुरु जी की फतेह। आप सरबत संगतां ने रल मिल के उद्यम उपराला किया है। साहिबे कमाल दशमेश पिता धन गुरु गोबिंद सिंह महाराज, उन्हां दे छोटे साहिबजादे बड़े साहिबजादे माता गुजर कौर, चमकौर ਅਤੇ आनंदपुर साहब ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਆਪ ਸਰਬੱਤ ਸੰਗਤਾਂ ਜੁੜ ਮਿਲ ਕੇ ਬੈਠੇ ਉਹਨਾਂ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹਾਂ। क्योंकि संसार के अंदर दुनिया के अंदर उन्होंने याद किया जाता ਜਿਹੜੇ अपनी कौम के वास्ते कुछ पैड़ा छड्ड के जाते हैं, ਜਿਹੜੇ मानवता के लिए मनुखता के लिए अपना आपा कुर्बान करके संसार की झोली में कुछ पा के जाते हैं। उन्होंने दुनिया याद करती है, उन्होंने संसार के लोग याद करते हैं।
ਔਰ ਜਿੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਰ ਉਪਕਾਰਾਂ ਨੂੰ ਅਸੀਂ ਚੇਤੇ ਕਰਨਾ ਹੈ, ਉਹਦੇ ਨਾਲ ਨਾਲ ਇੱਕ ਯਤਨ ਕਰਦੇ ਜਾਇਓ, ਅਸੀਂ ਆਪਣੇ ਆਪ ਦੀ ਸਵੈ ਪੜਚੋਲ ਵੀ ਕਰਦੇ ਜਾਣਾ। ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਉਹਨਾਂ ਦਾ ਜੀਵਨ ਕੀ ਸੀ, ਸਾਡਾ ਜੀਵਨ ਕਿੱਥੇ ਖੜਾ ਹੈ, ਇਹ ਸਾਰਾ ਕੁਝ ਨੂੰ ਅਸੀਂ ਵਿਚਾਰਦੇ ਚੱਲਾਂਗੇ। ਕਬੀਰ ਸਾਹਿਬ ਜੀ ਦਾ ਸ਼ਲੋਕ ਗੁਰਬਾਣੀ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ, ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਪਰਮਾਨੰਦ ਦਾ ਅਰਥ ਹੁੰਦਾ ਵੀ ਉੱਚੀ ਆਤਮਿਕ ਅਵਸਥਾ, ਉੱਚਾ ਰੁਤਬਾ, ਉੱਚੀ ਪਦਵੀ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਮਨੁੱਖ ਆਪਣੀ ਹਉਮੈ ਨੂੰ, ਆਪਣੀਆਂ ਬੁਰਾਈਆਂ ਨੂੰ, ਆਪਣੇ ਹੰਕਾਰ ਨੂੰ ਮਾਰ ਲੈਂਦਾ ਹੈ, ਉਦੋਂ ਉੱਚਾ ਰੁਤਬਾ ਪ੍ਰਾਪਤ ਹੁੰਦਾ। ਸੰਸਾਰ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਨੇ, ਇੱਕ ਪਰਸਵਾਰਥੀ ਤੇ ਇੱਕ ਨਿਜ ਸਵਾਰਥੀ। ਨਿਜ ਸਵਾਰਥੀ ਦਾ ਅਰਥ ਹੁੰਦਾ ਵੀ ਬੰਦਾ ਜਿਹੜਾ ਆਪਣੇ ਆਪ ਵਾਸਤੇ ਕੰਮ ਕਰੇ ਉਹਨੂੰ ਨਿਜ ਸਵਾਰਥੀ ਕਹਿੰਦੇ ਨੇ। ਨਿਜ ਸਵਾਰਥੀ ਆਪਣੇ ਵਾਸਤੇ ਕਰ ਸਕਦਾ ਹੈ, ਆਪਣੇ ਪਰਿਵਾਰ ਵਾਸਤੇ ਕਰ ਸਕਦਾ ਹੈ, ਬੱਚਿਆਂ ਵਾਸਤੇ ਕਰ ਸਕਦਾ ਹੈ, ਧਨ ਪਦਾਰਥ ਦੌਲਤ ਇਕੱਠੀ ਕਰਕੇ ਦੇ ਸਕਦਾ ਹੈ। ਤੇ ਜਿਹੜਾ ਨਿਜ ਸਵਾਰਥੀ ਹੁੰਦਾ ਹੈ ਨਾ, ਉਹਦਾ ਇੱਕ ਮਨੋਰਥ ਇਹ ਹੁੰਦਾ ਹੈ ਕਿ ਜਿਹੜਾ ਕਿਸੇ ਦੂਜੇ ਦੇ ਮੂੰਹ ਵਿੱਚ ਬੁਰਕੀ ਜਾਂਦੀ ਹੈ ਨਾ, ਕਾਸ਼ ਕਿਧਰੇ ਉਹ ਬੁਰਕੀ ਖੋਹ ਕੇ ਮੈਂ ਆਪਣੇ ਮੂੰਹ ਵਿੱਚ ਪਾ ਲਵਾਂ। ਜਿਹੜਾ ਧਨ ਪਦਾਰਥ ਇਹਦੇ ਕੋਲ ਹੈ ਉਹ ਮੇਰੇ ਕੋਲ ਹੋਵੇ, ਇਹ ਨਿਜ ਸਵਾਰਥੀ ਦੀ ਆਪਣੀ ਬਿਰਤੀ ਹੁੰਦੀ ਹੈ। ਪਰ ਜਿਹੜਾ ਪਰਸਵਾਰਥੀ ਹੁੰਦਾ ਹੈ ਨਾ, ਪਰਸਵਾਰਥੀ ਕਿਧਰੇ ਇਹ ਨਹੀਂ ਸੋਚਦਾ। ਉਹ ਪਰਸਵਾਰਥੀ ਦਾ ਇੱਕ ਨਿਸ਼ਾਨਾ ਹੁੰਦਾ, ਇੱਕ ਮਨੋਰਥ ਹੁੰਦਾ ਹੈ ਕਿ ਮੇਰੇ ਕੋਲ ਭਾਵੇਂ ਥੋੜਾ ਵੀ ਹੈ ਨਾ, ਮੇਰੇ ਕੋਲ ਭਾਵੇਂ ਥੋੜਾ ਵੀ, ਉਹਨੂੰ ਮੈਂ ਬਹੁਤਾ ਕਹਿ ਕੇ ਦੂਜਿਆਂ ਵਿੱਚ ਵੰਡ ਕੇ ਛਕਣ ਦੀ ਬਿਰਤੀ ਰੱਖਾਂ। ਜ਼ਰਾ ਗੌਰ ਨਾਲ ਸਮਝਿਓ ਬਾਬਾ ਫਰੀਦ ਸਾਹਿਬ ਜੀ ਦੇ ਬਚਨ। ਬਾਬਾ ਫਰੀਦ ਸਾਹਿਬ ਜੀ ਨੇ ਜਿਸ ਵਕਤ ਭਗਤ ਦੀ ਪਰਿਭਾਸ਼ਾ ਦਿੱਤੀ ਹੈ ਨਾ, ਭਗਤ ਦੀ ਡੈਫੀਨੇਸ਼ਨ ਦਿੱਤੀ ਹੈ, ਧਿਆਨ ਨਾਲ ਸਮਝਣਾ ਸਾਧ ਸੰਗਤ, ਤਾਂ ਕਿ ਭੁਲੇਖਾ ਨਾ ਲੱਗੇ। ਭਗਤ ਦੀ ਡੈਫੀਨੇਸ਼ਨ, ਭਗਤ ਦੀ ਪਰਿਭਾਸ਼ਾ ਜਦੋਂ ਬਾਣੀ ਵਿੱਚੋਂ ਪੜ੍ਹਦੇ ਹਾਂ ਨਾ, ਤੇ ਉਸ ਵਕਤ ਭਗਤ ਦਾ ਗੁਣ ਇਹ ਵੀ ਬਿਆਨ ਕੀਤਾ ਭਗਤ ਫਰੀਦ ਸਾਹਿਬ ਜੀ ਨੇ, ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਅਣਹੋਂਦੇ ਆਪ ਵੰਡਾਏ ਦਾ ਅਰਥ ਇਹ ਹੈ ਕਿ ਕੋਲ ਭਾਵੇਂ ਵਸਤੂ ਥੋੜੀ ਵੀ ਹੋਵੇ ਘਰ ਵਿੱਚ, ਵੈਸੇ ਕਈ ਵਾਰੀ ਨਾ ਬੰਦਾ ਹੁੰਦਿਆਂ ਵੀ ਚੀਜ਼ ਹੋਵੇ ਵੀ ਨਾ ਤਾਂ ਵੀ ਕਹਿ ਦਿੰਦਾ ਵੀ ਮੇਰੇ ਕੋਲ ਨਹੀਂ ਹੈਗੀ, ਥੋੜੀ ਹੋਵੇ ਤਾਂ ਵੀ ਜਵਾਬ ਦੇ ਦਿੰਦਾ ਵੀ ਮੇਰੇ ਕੋਲ ਨਹੀਂ ਹੈਗੀ। ਪਰ ਸਤਿਗੁਰੂ ਕਹਿੰਦੇ ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਵੀ ਦੇਖੋ ਭਗਤ ਦੇ ਗੁਣ, ਉਹਨਾਂ ਗੁਣਾਂ ਦੇ ਵਿੱਚੋਂ ਇੱਕ ਗੁਣ ਇਹ ਵੀ ਹੈ ਕਿ ਵੰਡ ਕੇ ਛਕਣ ਵਾਲਾ ਹੋਵੇ, ਪਰ ਸਵਾਰਥੀ ਹੋਵੇ, ਦੂਜਿਆਂ ਲਈ ਪਰ ਉਪਕਾਰ ਕਰਨ ਵਾਲਾ ਹੋਵੇ। ਇਹ ਭਗਤ ਦਾ ਗੁਣ ਹੈ। ਤੇ ਜਿੱਥੇ ਭਗਤ ਦਾ ਇਹ ਗੁਣ ਆ, ਉੱਥੇ ਨਾਲ ਇਹ ਵੀ ਆਖਿਆ ਮਾਣ ਹੁੰਦੇ ਹੋਏ ਨਿਮਾਣਾ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ, ਇੱਕ ਫਿੱਕਾ ਨਾ ਗੱਲ ਆਏ। ਇਹ ਭਗਤ ਦੇ ਗੁਣ ਨੇ। ਮੈਂ ਅਰਜ਼ ਕਰਨ ਲੱਗਾ ਸੀ, ਜਿੱਥੇ ਭਗਤ ਦੇ ਬਾਕੀ ਗੁਣ ਨੇ ਨਾ, ਵੀ ਮਾਣ ਵੀ ਮਿਲ ਰਿਹਾ, ਦੁਨੀਆ 'ਚ ਵਡਿਆਈ ਵੀ ਮਿਲ ਰਹੀ ਹੈ, ਤੇ ਤਾਂ ਵੀ ਨਿਮਰਤਾ ਵਾਲਾ ਜੀਵਨ ਜਿਉਂਦਾ ਹੋਵੇ। ਤਾਣ ਦਾ ਅਰਥ ਕੀ ਹੁੰਦਾ? ਤਾਕਤ, ਬਲ। ਅੱਜ ਕਿਸੇ ਵਿਅਕਤੀ ਦੇ ਕੋਲ ਕੋਈ ਸੱਤਾ ਆ ਜਾਵੇ ਨਾ, ਕੁਰਸੀ ਆ ਜਾਵੇ, ਤੇ ਉਹ ਸੱਤਾ ਦੇ ਨਸ਼ੇ ਵਿੱਚ ਹੀ ਦੂਜਿਆਂ ਨੂੰ ਡਰਾ ਕੇ ਰੱਖਦਾ ਵੀ ਤੂੰ ਮੇਰੇ ਅੱਗੇ ਕੁਝ ਨਹੀਂ, ਮੇਰੇ ਕੋਲ ਤਾਂ ਰੁਤਬਾ ਹੈ, ਮੇਰੇ ਕੋਲ ਤਾਂ ਕੁਰਸੀ ਹੈ, ਮੇਰੇ ਕੋਲੇ ਤਾਂ ਸੱਤਾ ਹੈ, ਮੇਰੇ ਕੋਲੇ ਤਾਕਤ ਹੈ, ਮੇਰੇ ਕੋਲ ਬਲ ਹੈ, ਮੈਂ ਆਪਣੇ ਬਲ ਦੇ ਨਾਲ ਤੇਰੇ ਕੋਲੋਂ ਜੋ ਮਰਜ਼ੀ ਕਰਵਾ ਸਕਦਾ। ਔਰ ਸੱਤਾ ਦੇ ਨਸ਼ੇ ਵਿੱਚ ਗੁੜੋਚ ਹੋਇਆ ਵਿਅਕਤੀ ਐਸੀਆਂ ਗੱਲਾਂ ਵੀ ਕਹਿ ਜਾਂਦਾ ਕਈ ਵਾਰ। ਪਰ ਮਾਫ ਕਰਨਾ ਗੁਰਮੁਖੋ, ਭਗਤਾਂ ਦਾ ਜੀਵਨ ਜਦੋਂ ਪੜ੍ਹਦੇ ਆ ਨਾ, ਤੇ ਭਗਤਾਂ ਦੇ ਜੀਵਨ ਦੀ ਗੱਲ ਕਰਦੇ ਆ, ਭਗਤਾਂ ਦਾ ਗੁਣ ਸਤਿਗੁਰੂ ਜੀ ਨੇ ਬਿਆਨ ਕੀਤਾ ਵੀ ਤਾਣ ਹੁੰਦੇ ਹੋਏ ਨਿਤਾਣਾ। ਨਿਤਾਣਾ ਦਾ ਅਰਥ ਕਮਜ਼ੋਰ ਨਹੀਂ ਹੁੰਦਾ। ਨਿਤਾਣਾ ਦਾ ਅਰਥ ਹੈ ਵੀ ਜਿਨ੍ਹਾਂ ਨੂੰ ਭਗਤਾਂ ਨੂੰ ਬਲ ਦੀ ਵਰਤੋਂ ਕਰਨੀ ਆ ਗਈ, ਆਪਣੀ ਤਾਕਤ ਦੀ ਵਰਤੋਂ ਕਰਨੀ ਆ ਗਈ, ਉਹ ਤਾਣ ਹੁੰਦਿਆਂ ਹੋਇਆਂ ਵੀ ਦੁਨੀਆ ਦੀਆਂ ਨਜ਼ਰਾਂ ਵਿੱਚ ਨਿਮਾਣੇ ਤੇ ਨਿਤਾਣੇ ਬਣ ਕੇ ਰਹਿੰਦੇ ਨੇ। ਕਿਧਰੇ ਵੀ ਆਪਣੇ ਬਲ ਦੀ ਦੁਰਵਰਤੋਂ ਨਹੀਂ ਕਰਦੇ, ਸਦ ਵਰਤੋਂ ਕਰਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕਿਧਰੇ ਬਲ ਨਹੀਂ ਸੀ ਹੈ ਕਿਤੇ,
ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਕਿਤੇ ਬਲ ਨਹੀਂ ਸੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਕਿਤੇ ਬਲ ਨਹੀਂ ਸੀ। ਉਹਨਾਂ ਤਾਂ ਮੁਰਝਾਏ ਹੋਏ, ਜਿਵੇਂ ਫੁੱਲ ਜਿਹੜੇ ਗਰਮੀ ਦੀ ਰੁੱਤ ਹੋਵੇ, ਔੜ ਦੇ ਦਿਨ ਹੋਣ ਤੇ ਫੁੱਲ ਮੁਰਝਾ ਜਾਂਦੇ ਨੇ, ਪਾਣੀ ਨਾ ਮਿਲੇ, ਇੱਦਾਂ ਭਾਰਤ ਦੀ ਜਨਤਾ ਜਿਹੜੀ ਮੁਰਝਾਈ ਹੋਈ ਸੀ, ਸੁੱਤੀ ਹੋਈ ਸੀ, ਕੁਮਲਾ ਰਹੀ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਤਨ ਦਾ ਖੂਨ ਵਹਾ ਕੇ ਇਸ ਸੁੱਤੀ ਹੋਈ ਲੁਕਾਈ ਨੂੰ, ਜਾਂ ਮੁਰਝਾ ਕੁਮਲਾ ਰਹੀ ਹੋਈ ਲੁਕਾਈ ਨੂੰ, ਇਹ ਆਪਣੇ ਖੂਨ ਦੇ ਛੱਟੇ ਮਾਰ ਕੇ ਜਗਾਇਆ। ਉੱਠੋ, ਆਪਣੇ ਹੱਕਾਂ ਪ੍ਰਤੀ ਸੁਚੇਤ ਹੋਵੋ, ਜਾਗਦੇ ਰਹਿਣਾ। ਚੌਕੀਦਾਰ ਦਾ ਕੰਮ ਹੁੰਦਾ ਨਾ, ਭਿਓਕਾ ਦਿੰਦਾ ਵੀ ਜਾਗਦੇ ਰਹੋ। ਜੇ ਜਾਗਦੇ ਰਹੋਗੇ ਲੁੱਟੇ ਨਹੀਂ ਜਾਓਗੇ, ਜੇ ਸੌਂ ਗਏ ਤਾਂ ਚੋਰਾਂ ਨੂੰ ਮੌਕਾ ਮਿਲ ਜਾਏਗਾ। ਪਰ ਕਈ ਵਾਰ ਇੰਨਾ ਕੁ ਬੰਦਾ ਮੁਰਝਾ ਜਾਂਦਾ, ਕੁਮਲਾ ਜਾਂਦਾ, ਉਸ ਫੁੱਲ ਵਾਂਗੂ ਜਿਹੜਾ ਔੜ ਦੇ ਦਿਨਾਂ ਵਿੱਚ ਖਿੜਿਆ ਤੇ ਸੀ, ਪਰ ਪਾਣੀ ਦੇ ਦੁੱਖ ਮੁਰਝਾ ਗਏ। ਬੜੇ ਬੜੇ ਸਰੀਰਾਂ ਵਾਲੇ ਭਾਰਤ ਦੀ ਧਰਤੀ ਤੇ ਰਹਿੰਦੇ ਸਨ, ਬੜੇ ਬੜੇ ਧਾਰਮਿਕ ਪੁਜਾਰੀ, ਬੜੇ ਬੜੇ ਰਾਜਨੀਤਿਕ ਲੋਕ ਰਹਿੰਦੇ ਸਨ, ਸਮਾਜਿਕ ਲੋਕ ਸਨ, ਪਰ ਮੁਰਝਾਏ ਹੋਏ ਸੀ ਉਹਨਾਂ ਕੋਮਲ ਫੁੱਲਾਂ ਵਾਂਗੂ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਿਆ ਗਰਮੀ ਦੇ ਦਿਨਾਂ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣਾ ਖੂਨ ਵਹਾ ਕੇ ਉਹ ਪਾਣੀ ਸਿੰਜ ਕੇ ਉਹਨਾਂ ਨੂੰ ਜਗਾਇਆ ਵੀ ਤਿਆਰ ਹੋਵੋ, ਉੱਠ ਕੇ ਜਾਗੋ, ਤਿਆਰ ਹੋਵੋ, ਹੱਥਾਂ ਵਿੱਚ ਸ਼ਾਸਤਰ ਲਓ ਔਰ ਇਸ ਜ਼ਾਲਮ ਹਕੂਮਤ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਓ। ਦੁਨੀਆ ਦੇ ਅੰਦਰ ਬਹੁਤ ਸਾਰੇ ਪੈਗੰਬਰ ਰਾਹਬਰ ਹੋਏ ਨੇ, ਬੜੇ ਬੜੇ ਰਿਸ਼ੀ ਮੁਨੀ ਤੇ ਧਰਮਾਤਮਾ ਲੋਕ ਦੁਨੀਆ 'ਚ ਪੈਦਾ ਹੋਏ ਨੇ, ਪਰ ਸਾਰਿਆਂ ਦੀ ਹਿਸਟਰੀ ਨੂੰ ਪੜ੍ਹ ਕੇ ਵੇਖੋ, ਕਿਤੇ ਨਾ ਕਿਤੇ ਸਾਨੂੰ ਇਹ ਗੱਲ ਮਿਲੇਗੀ ਕਿ ਆਪਣੇ ਨਿੱਜੀ ਸਵਾਰਥਾਂ ਦੇ ਲਈ ਕਿਤੇ ਨਾ ਕਿਤੇ ਲੜਾਈਆਂ ਤੇ ਜੰਗਾਂ ਹੋਈਆਂ ਨੇ। ਜਰ ਜੋਰੂ ਤੇ ਜ਼ਮੀਨ ਦੀ ਖਾਤਰ, ਕਿਸੇ ਨੇ ਧਨ ਦੀ ਖਾਤਰ ਲੜਾਈ ਕੀਤੀ ਹੈ, ਕਿਸੇ ਨੇ ਇਸਤਰੀ ਦੀ ਖਾਤਰ ਲੜਾਈ ਕੀਤੀ ਹੈ, ਕਿਸੇ ਨੇ ਪੈਸੇ ਦੀ ਖਾਤਰ ਲੜਾਈ, ਕਿਸੇ ਨੇ ਜ਼ਮੀਨ ਦੀ ਖਾਤਰ ਲੜਾਈ ਕੀਤੀ ਹੈ। ਜਦ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਪਤਾਮਾ, ਦਾਦੇ ਪੜਦਾਦਿਆਂ ਤੋਂ ਇਤਿਹਾਸ ਪੜ੍ਹ ਕੇ ਵੇਖੋਗੇ, ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ, ਤੇ ਕਿਧਰੇ ਵੀ ਇਦਾਂ ਦਾ ਨਹੀਂ ਮਿਲੇਗਾ ਵੀ ਸਤਿਗੁਰੂ ਮਹਾਰਾਜ ਨੇ ਜ਼ਮੀਨ ਵਾਸਤੇ ਲੜਾਈ ਕੀਤੀ ਹੋਵੇ। ਕਿਧਰੇ ਵੀ ਨਹੀਂ ਐਸਾ ਮਿਲੇਗਾ ਕਿ ਸਤਿਗੁਰੂ ਮਹਾਰਾਜ ਨੇ ਆਪਣੇ ਨਿੱਜੀ ਸਵਾਰਥ ਵਾਸਤੇ ਕੋਈ ਲੜਾਈ ਲੜੀ ਹੋਵੇ। ਨਹੀਂ, ਅੱਜ ਬੰਦਾ ਜਦੋਂ ਲੜਾਈ ਲੜਦਾ ਨਾ, ਆਪਣੇ ਨਿੱਜੀ ਸਵਾਰਥ ਵਾਸਤੇ ਲੜਦਾ। ਤੂੰ ਕੌਣ ਹੈ? ਮੇਰੀ ਜ਼ਮੀਨ ਵਿੱਚ ਪੈਰ ਰੱਖੇਗਾ, ਇਹ ਮੇਰੇ ਹੱਕ ਨੇ, ਮੇਰੀ ਜ਼ਮੀਨ ਹੈ, ਤੂੰ ਕੌਣ ਪੈਰ ਰੱਖੇਗਾ ਇਹਦੇ ਵਿੱਚ? ਆ ਥੋੜਾ ਜਿਹਾ ਮੈਂ ਇਹਦੇ ਨਾਲ ਇੱਕ ਗੱਲ ਸਾਂਝੀ ਕਰ ਦਿਆਂ। ਕਿਧਰੇ ਕੋਈ ਸਿੱਖੀ ਦਾ ਨੁਕਸਾਨ ਹੁੰਦਾ ਹੋਵੇ ਨਾ, ਤੇ ਚੰਦ ਬੰਦੇ ਸਾਹਮਣੇ ਉੱਭਰ ਕੇ ਆਉਂਦੇ ਨੇ। ਸਿੱਖੀ ਦਾ ਜਾਂ ਕੌਮ ਦਾ ਕੋਈ ਨੁਕਸਾਨ ਹੋ ਰਿਹਾ ਹੋਵੇ ਨਾ, ਤੇ ਸਿੱਖੀ ਨਾਲ, ਪੰਥ ਨਾਲ ਦਰਦ ਰੱਖਣ ਵਾਲੇ ਬੜੇ ਬਿਰਲੇ ਬੰਦੇ ਹੁੰਦੇ ਨੇ ਜਿਹੜੇ ਉੱਭਰ ਕੇ ਸਾਹਮਣੇ ਆਉਂਦੇ ਨੇ, ਜਾਨਾਂ ਤਲੀ ਤੇ ਧਰ ਕੇ। ਉਹ ਕਹਿੰਦੇ ਮਰਨਾ ਤੇ ਕਬੂਲ ਹੈ, ਪਰ ਕੌਮੀ ਨੁਕਸਾਨ ਕਿਧਰੇ ਵੀ ਨਹੀਂ ਅਸੀਂ ਚੱਲਾਂਗੇ। ਇਹ ਕੌਣ ਨੇ? ਮਰਜੀ ਬਣੀ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਪੈੜਾਂ ਤੇ ਚੱਲਣ ਵਾਲੇ ਸਨ। ਗੁਰੂ ਕਲਗੀਧਰ ਮਹਾਰਾਜ ਜੀ ਦੇ ਪਰ ਉਪਕਾਰਾਂ ਨੂੰ ਸਮਝ ਕੇ ਜਿਉਣ ਵਾਲੇ ਨੇ, ਜਿਹੜੇ ਕੌਮ ਦੇ ਨਾਲ ਦਰਦ ਰੱਖਦੇ ਨੇ। ਪਰ ਕੌਮ ਤੇ ਭੀੜ ਪਵੇ, ਚੰਦ ਬੰਦੇ ਇਕੱਤਰ ਹੁੰਦੇ ਨੇ। ਜਦੋਂ ਨਿੱਜੀ ਹੱਕਾਂ ਤੇ ਡਾਕਾ ਵੱਜਦਾ ਹੋਵੇ ਨਾ, ਉਸ ਵਕਤ ਬੰਦਾ ਵੱਡੀਆਂ ਵੱਡੀਆਂ ਭੀੜਾਂ ਵੀ ਇਕੱਠੀਆਂ ਕਰ ਲੈਂਦਾ। ਧਿਆਨ ਨਾਲ ਸਮਝਣਾ। ਤੇ ਨਿੱਜ ਸਵਾਰਥ ਦੇ ਲਈ ਬੰਦਾ ਵੱਧ ਲੜਦਾ ਹੈ, ਪਰ ਸਵਾਰਥ ਦੇ ਲਈ ਤਿਆਰੀ ਨਹੀਂ ਕਰਦਾ। ਉਹ ਤਾਂ ਕਹਿੰਦਾ ਵੀ ਆਪਣਾ ਕਿਹੜਾ ਨੁਕਸਾਨ ਹੋ ਰਿਹਾ। ਅੱਜ ਵੀ ਨਾ ਤੁਸੀਂ ਕਿਸਾਨ ਅੰਦੋਲਨ ਚੱਲ ਰਿਹਾ, ਤੇ ਕੌਮ ਨਾਲ ਦਰਦ ਰੱਖਣ ਵਾਲੇ ਜਾਂ ਪੰਜਾਬ ਦੀ ਹੋਂਦ ਨਾਲ ਦਰਦ ਰੱਖਣ ਵਾਲੇ ਵੀਰ ਉੱਥੇ ਸ਼ਾਮਲ ਹੋ ਰਹੇ ਨੇ, ਸ਼ਮੂਲੀਅਤ ਕਰ ਰਹੇ ਨੇ। ਚਾਹੇ ਉਹ ਆਰਥਿਕ ਪੱਖੋਂ ਕੋਈ ਗਰੀਬ ਹੈ, ਚਾਹੇ ਆਰਥਿਕ ਪੱਖੋਂ ਕੋਈ ਅਮੀਰ ਹੈ, ਬਣਦਾ ਹਰ ਇੱਕ ਬੰਦਾ ਯੋਗਦਾਨ ਪਾ ਰਿਹਾ। ਪਰ ਜਿਹੜੇ ਆਪਣਾ ਨਿੱਜ ਸਵਾਰਥੀ ਨੇ ਨਾ, ਉਹ ਕਹਿੰਦੇ ਸਾਨੂੰ ਇਹਦੇ ਨਾਲ ਕੀ ਫਰਕ ਪੈਂਦਾ, ਸਾਨੂੰ ਇਹਦੇ ਨਾਲ ਕੀ ਫਰਕ ਪਵੇਗਾ। ਨਾ ਉਹਨਾਂ ਨੂੰ ਕੌਮ ਦੇ ਹਿੱਤਾਂ ਨਾਲ ਪਿਆਰ ਹੈ, ਨਾ ਉਹਨਾਂ ਨੂੰ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ, ਨਾ ਉਹਨਾਂ ਨੂੰ ਪੰਜਾਬ ਦੇ ਨਾਲ ਕੋਈ ਦਰਦ ਹੈ। ਉਹਨਾਂ ਨੂੰ ਤਾਂ ਸਿਰਫ ਆਪਣੇ ਸਵਾਰਥ ਦੇ ਨਾਲ ਹੈ ਕਿ ਸਾਡਾ ਸਵਾਰਥ ਕਿੱਥੋਂ ਪੂਰਾ ਹੁੰਦਾ। ਐਸੇ ਬੰਦਿਆਂ ਨੂੰ ਸਤਿਗੁਰੂ ਦੀ ਬਾਣੀ ਨੇ ਨਾ ਮਨਮੁਖ ਆਖਿਆ। ਤੇ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵਈ ਤਿਤ ਦਿਨ ਬੋਲਣ ਗੰਧ। ਮਹਾਰਾਜ ਕਹਿੰਦੇ ਵੀ ਉਸ ਦਿਨ ਗੰਧ ਬੋਲਦੇ ਨੇ। ਇਹ ਨਿੱਜ ਸਵਾਰਥੀਆਂ ਦੀ ਹਾਲਤ ਹੈ। ਪਰ ਸਵਾਰਥੀ ਨੂੰ ਕੁਝ ਮਿਲ ਜਾਵੇ ਤਾਂ ਵੀ ਸ਼ੁਕਰ ਕਰਦਾ, ਨਾ ਮਿਲੇ ਤੇ ਤਾਂ ਵੀ ਸ਼ੁਕਰ ਕਰਦਾ ਹੈ।
ਦੂਜਿਆਂ ਦੇ ਲਈ ਜਿਉਣ ਵਾਲਾ ਜਿਹੜਾ ਉਹਨੂੰ ਜੇ ਕੁਝ ਮਿਲ ਜਾਵੇ ਤਾਂ ਵੀ ਕਹਿੰਦਾ ਤੇਰਾ ਸੀ, ਤੂੰ ਦਿੱਤਾ, ਤੇਰਾ ਸ਼ੁਕਰ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੇ 7 ਮਹੀਨੇ ਘੇਰਾ ਪੈਂਦਾ ਤੇ 7 ਮਹੀਨੇ ਇਸ ਘੇਰੇ ਦੇ ਵਿੱਚ ਉਹਨਾਂ ਗੁਰੂ ਕੇ ਸਿੱਖਾਂ ਦੇ ਕੋਲ, ਸਤਿਗੁਰੂ ਮਹਾਰਾਜ ਜੀ ਦੇ ਕੋਲ ਰਸਤ ਬਾਣੀ ਦੀ ਵੀ ਥੋੜ੍ਹ ਆਈ ਹੈ। ਮਿਲ ਗਿਆ ਕੁਝ ਖਾ ਲਿਆ, ਨਹੀਂ ਮਿਲਿਆ ਤੇ ਤਾਂ ਵੀ ਆਖਿਆ ਤੇਰਾ ਸ਼ੁਕਰ ਹੈ ਮਹਾਰਾਜ। ਦਿਨ ਤੇਰੇ ਭਾਣੇ ਵਿੱਚ ਬਤੀਤ ਹੋਇਆ। ਦੇਖੋ ਬਾਣੀ ਤੇ ਬਾਣੇ ਨਾਲ ਜੁੜੀਆਂ ਹੋਈਆਂ ਰੂਹਾਂ ਸੀ ਨਾ ਜਿਹੜੀਆਂ, ਉਹ ਰਾਤ ਦਿਨ ਬਾਣੀ ਪੜ੍ਹਦੇ ਨੇ, ਬਾਣੀ ਪੜ੍ਹ ਕੇ ਅਰਦਾਸ ਕਰਦੇ ਨੇ। ਨਿਤਨੇਮ ਹੁੰਦਾ ਸਵੇਰ ਦੇ ਵੇਲੇ, ਸੋਦਰ ਦਾ ਪਾਠ ਹੁੰਦਾ ਸ਼ਾਮਾਂ ਨੂੰ, ਅਰਦਾਸ ਹੁੰਦੀ ਹੈ ਸੱਚੇ ਪਾਤਸ਼ਾਹ ਦਿਨ ਤੇਰੇ ਭਾਣੇ ਵਿੱਚ ਬਤੀਤ ਹੋਇਆ, ਰਹਿਣ ਆਈ ਤੇਰੇ ਭਾਣੇ ਵਿੱਚ ਬਤੀਤ ਹੋਵੇ। ਪਰ ਅੱਜ ਤਾਂ 36 ਪ੍ਰਕਾਰ ਦੇ ਪਦਾਰਥ ਖਾਣ ਵਾਲੇ ਦੀ ਜ਼ੁਬਾਨ ਤੋਂ ਵੀ ਇਹ ਗੱਲ ਨਹੀਂ ਨਿਕਲਦੀ ਵੀ ਤੇਰਾ ਸ਼ੁਕਰ ਹੈ ਮੈਂ ਇੰਨੇ ਭੋਜਨ ਪਦਾਰਥ ਤਾਂ ਖਾ ਰਿਹਾ। ਠੰਡੇ ਬੁਰਜ ਵਿੱਚ ਬੈਠੀ ਮਾਂ ਸ਼ੁਕਰ ਕਰ ਸਕਦੀ ਹੈ ਵੀ ਦਾਤਾ ਤੇਰਾ ਸ਼ੁਕਰ ਹੈ, ਮੇਰੇ ਸਾਹਿਬਜ਼ਾਦੇ ਕਿਤੇ ਸਰਹੰਦ ਦੇ ਸੂਬੇ ਦੇ ਸਾਹਮਣੇ ਜਾ ਕੇ ਝੁਕ ਨਾ ਜਾਣ, ਤੇਰਾ ਸ਼ੁਕਰ ਹੈ। ਇਹਨਾਂ ਨੂੰ ਦਿੱਤੀ ਸਿੱਖਿਆ, ਇਹਨਾਂ ਦੇ ਅੰਦਰ ਦ੍ਰਿੜਤਾ ਹੈ, ਇਹਨਾਂ ਦੇ ਅੰਦਰ ਸੱਚ ਦੀ ਵਿਚਾਰ ਹੈ। ਇਹ ਮਾਂ ਸ਼ੁਕਰ ਕਰਦੀ ਕਰਤਾ ਪੁਰਖ ਦਾ ਵੀ ਇਹ ਮੇਰੇ ਸਾਹਿਬਜ਼ਾਦੇ ਬੜੇ ਲਾਇਕ ਨੇ, ਬੜੇ ਸੂਝਵਾਨ ਨੇ। ਮੈਨੂੰ ਮਾਣ ਇਸ ਗੱਲ ਦਾ, ਮੈਨੂੰ ਫਖਰ ਇਸ ਗੱਲ ਦਾ ਕਿ ਵਜ਼ੀਦ ਖਾਨ ਦੇ ਅੱਗੇ ਜਾ ਕੇ ਕਿਧਰੇ ਝੁਕਣ ਗਏ ਨੇ। ਧਿਆਨ ਨਾਲ ਸਮਝਿਓ ਸਾਧ ਸੰਗਤ, ਪਰ ਉਹ ਮਾਂ ਠੰਡੇ ਬੁਰਜ ਵਿੱਚ ਬੈਠੀ ਹੈ। ਉਸ ਮਾਂ ਦੇ ਕੋਲ ਕੋਈ ਬਿਸਤਰਾ ਥੋੜੀ ਹੈ, ਉਹ ਮਾਂ ਦੇ ਉੱਪਰ ਕੋਈ ਕੰਬਲ ਥੋੜੀ ਹੈ। ਉਹ ਤਾਂ ਫਰਸ਼ ਦੇ ਉੱਪਰ ਛੋਟੇ ਮਾਸੂਮ ਬੱਚੇ ਤੇ ਬਿਰਧ ਮਾਂ ਦੋਨੋਂ ਲੇਟੇ ਹੋਏ ਨੇ। ਪਰ ਫਿਰ ਵੀ ਸ਼ੁਕਰ ਵਿੱਚ ਉਹ ਤਾਂ ਕਹਿੰਦੇ ਜੇ ਸੁਖ ਦੇਹ, ਬੋਲੋ ਸਾਧ ਸੰਗਤ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਵੀ ਜੇ ਤੂੰ ਸੁਖ ਦੇਵੇਂਗਾ ਤੇ ਤਾਂ ਵੀ ਤੇਰੀ ਅਰਾਧਨਾ। ਅੱਜ ਹੈਰਾਨਗੀ ਤਾਂ ਉਦੋਂ ਹੁੰਦੀ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਮਨੁੱਖ ਦੇ ਕੋਲੋਂ ਆਪਣੀ ਅਰਦਾਸ ਕਰਵਾ ਕੇ ਕਹਿੰਦਾ ਨਾ ਵੀ ਇਸ ਬਾਬੇ ਨੇ ਮੇਰੇ ਤੇ ਮਿਹਰ ਕੀਤੀ ਹੈ, ਫਲਾਣੇ ਮਹਾਂਪੁਰਖ ਨੇ ਮਿਹਰ ਕੀਤੀ ਤੇ ਸਾਡੇ ਘਰ ਪੁੱਤ ਹੋਇਆ। ਸਤਿਗੁਰੂ ਤਾਂ ਕਹਿੰਦੇ ਵੀ ਜੇ ਤੇਰੇ ਘਰ 'ਚ ਸੁੱਖ ਆਇਆ ਨਾ ਤੇ ਤੂੰ ਤਾਂ ਵੀ ਉਹਦੀ ਅਰਾਧਨਾ ਕਰਨੀ, ਕਿਸੇ ਮਨੁੱਖ ਨੂੰ ਨਹੀਂ ਅਰਾਧਨਾ। ਜੇ ਤਾਰੀਫ ਕਰਨੀ ਹੈ, ਜੇ ਸ਼ੁਕਰ ਕਰਨਾ ਹੈ, ਜੇ ਸ਼ੁਕਰਾਨਾ ਕਰਨਾ ਨਾ ਤੇ ਤਾਂ ਵੀ ਆਪਣੇ ਮਾਲਕ ਦਾ ਕਰਨਾ ਹੈ, ਕਿਸੇ ਮਨੁੱਖ ਦਾ ਨਾ ਕਰੀ। ਹਾਂ ਵੀ ਤੂੰ ਕਈ ਵਾਰੀ ਇਹ ਗੱਲਾਂ ਸੋਚ ਲੈਣਾ ਵੀ ਮੇਰੇ ਲਈ ਤਾਂ ਜ਼ਰੀਆ ਹੀ ਉਹ ਬਣਿਆ, ਮੇਰੇ ਵਾਸਤੇ ਤਾਂ ਉਹ ਰੱਬ ਬਣ ਕੇ ਬਹੁੜਿਆ। ਨਹੀਂ, ਤੂੰ ਇੱਕ ਮਾਲਕ ਦੀ ਆਰਾਧਨਾ ਕਰਨੀ। ਜੇ ਸੁੱਖ ਮਿਲਿਆ ਤਾਂ ਵੀ ਉਹਦੀ ਆਰਾਧਨਾ ਕਰ, ਪਰ ਯਾਦ ਰੱਖੀ ਜੇ ਜੀਵਨ 'ਚ ਦੁੱਖ ਆ ਗਿਆ ਤੇ ਤਾਂ ਵੀ ਉਹਦੀ ਆਰਾਧਨਾ ਕਰਨੀ। ਕਈ ਵਾਰੀ ਜਦੋਂ ਚੰਗਾ ਕੰਮ ਹੁੰਦਾ ਨਾ, ਬੰਦਾ ਆਪਣੀ ਹੁਸ਼ਿਆਰੀ ਨੂੰ, ਆਪਣੀ ਚਲਾਕੀ ਨੂੰ, ਆਪਣੀ ਮੱਤ ਨੂੰ ਅੱਗੇ ਰੱਖ ਕੇ ਕਹਿੰਦਾ ਵੀ ਜੇ ਮੈਂ ਆਹ ਕੰਮ ਨਾ ਕਰਦਾ ਤੇ ਫਿਰ ਮੇਰੇ ਕੋਲੋਂ ਕਦੀ ਵੀ ਕੰਮ ਨਹੀਂ ਸੀ ਹੋਣਾ। ਇਹ ਮੈਂ ਇੰਨੀ ਚਲਾਕੀ ਨਾਲ ਕੀਤਾ, ਮੈਂ ਆਪਣੀ ਸਿਆਣਪ ਨਾਲ ਇਹ ਕੰਮ ਕੀਤਾ। ਪਰ ਜਦੋਂ ਜੀਵਨ 'ਚ ਕੋਈ ਕੰਮ ਵਿਗੜ ਜਾਵੇ ਨਾ, ਉਦੋਂ ਫਿਰ ਕਿੱਧਰ ਨੂੰ ਜਾਂਦਾ। ਉਦੋਂ ਨਹੀਂ ਕਹਿੰਦਾ ਵੀ ਤੇਰੀ ਗਲਤੀ ਨਾਲ ਵਿਗੜਿਆ, ਉਹ ਕਹਿੰਦਾ ਰੱਬ ਨੇ, ਬੋਲੋ ਸਾਧ ਸੰਗਤ, ਮਾੜਾ ਕੀਤਾ ਹੈ। ਇਹ ਰੱਬ ਨੇ ਮੇਰੇ ਨਾਲ ਧੱਕਾ ਕੀਤਾ, ਮਾੜਾ ਹੋ ਗਿਆ ਤੇ ਰੱਬ ਨੇ ਕੀਤਾ, ਚੰਗਾ ਹੋਇਆ ਤੇ ਮੈਂ ਕੀਤਾ। ਵੇਖੋ ਕਿੰਨੀ ਵੱਡੀ ਚਲਾਕੀ ਕਰਦਾ ਇਹ ਉਹ ਬੰਦਾ। ਏਡਾ ਵੱਡਾ ਚਲਾਕ ਆਦਮੀ ਹੈ ਨਾ, ਗੋਲਕ ਦੇ ਵਿੱਚ 5 ਰੁਪਏ ਪਾ ਕੇ ਤੇ 5 ਲੱਖ ਦੀ ਗੱਡੀ ਮੰਗਣ ਵਾਲਾ ਗੁਰੂ ਦੇ ਨਾਲ ਵੀ ਇਹ ਚਲਾਕੀ ਕਰਨ ਤੋਂ ਗੁਰੇਜ਼ ਨਹੀਂ ਜੇ ਕਰਦਾ। ਧਿਆਨ ਨਾਲ ਸਮਝਿਓ ਸਾਧ ਸੰਗਤ, ਕਿ ਕਿਸੇ ਏਜੰਸੀ ਦੇ ਵਿੱਚ ਕਿਸੇ ਕੰਪਨੀ ਦੇ ਮਾਲਕ ਕੋਲ ਜਾ ਕੇ ਕਹਿ ਖਾ ਵੀ ਰੱਖ 5 ਰੁਪਏ ਤੇ ਦੇ ਗੱਡੀ, ਉਹ ਆਖੇਗਾ ਵੀ 5 ਦੀ ਗੱਡੀ ਨਹੀਂ ਆਉਂਦੀ, ਤੂੰ ਮਜ਼ਾਕ ਨਾ ਕਰ। ਗੁਰੂ ਕੋਲੋਂ ਇਹ ਠੀਕ ਹੈ ਵੀ ਅਸੀਂ ਮੰਗਣਾ, ਮੰਗਦੇ ਵੀ ਗੁਰੂ ਕੋਲੋਂ ਆ। ਯਾਦ ਰੱਖਿਓ, ਮੰਗਣਾ ਵੀ ਗੁਰੂ ਕੋਲੋਂ ਹੈ, ਪਰ ਮੰਗਣਾ ਕੀ ਹੈ ਜਰਾ ਇਹ ਵੀ ਤਾਂ ਪਤਾ ਹੋਵੇ ਨਾ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਧੁੱਪ ਨਾ ਮੰਗ, ਸੂਰਜ ਨੂੰ ਮੰਗ। ਚਾਨਣ ਨਾ ਮੰਗ, ਤੂੰ ਕਹਿ ਚੰਦਰਮਾ ਹੀ ਮੇਰੇ ਘਰ ਵਿੱਚ ਸਾਹਮਣੇ ਮੇਰੇ ਉੱਪਰ ਹੋਵੇ, ਮੇਰੇ ਘਰ ਦੇ ਉੱਪਰ ਚੰਦਰਮਾ ਤੇ ਚੰਦਰਮਾ ਦੀ ਲੋਹ ਹੋਵੇ। ਮੇਰੇ ਘਰ ਵਿੱਚ ਚਾਨਣ ਤਾਂ ਹੀ ਆਵੇਗਾ ਜੇ ਚੰਦਰਮਾ ਹੋਵੇਗਾ। ਤੋ ਖੈਰ ਮੈਂ ਜਿਹੜੀ ਗੱਲ ਸਾਂਝੀ ਕਰਨ ਲੱਗਾ ਸੀ ਸਾਧ ਸੰਗਤ, ਧਿਆਨ ਨਾਲ ਸਮਝਿਓ। ਦੁਨੀਆ ਦੇ ਅੰਦਰ ਬਹੁਤ ਐਸੇ ਘੱਟ ਵਿਅਕਤੀ ਨੇ ਜਿਹੜੇ ਦੂਜਿਆਂ ਵਾਸਤੇ ਜਿਉਂਦੇ ਨੇ, ਬਹੁਤ ਜ਼ਿਆਦਾ ਉਹ ਹੀ ਨੇ ਜਿਹੜੇ ਆਪਣੇ ਵਾਸਤੇ ਜਿਉਂਦੇ ਨੇ। ਮੈਂ ਆਪਣੇ ਵਾਸਤੇ ਜਿਉਣਾ, ਮੇਰੇ ਕੋਲੋਂ ਦੂਜਿਆਂ ਦੀ ਗੱਲ ਨਹੀਂ ਹੋਵੇਗੀ। ਖੈਰ ਉਹ ਬਿਰਧ ਮਾਂ, ਜਿਸ ਮਾਂ ਦੇ ਕੋਲ ਕੋਈ ਸਹੂਲਤ ਨਹੀਂ ਹੈ, ਉਹ ਮਾਂ ਕਹਿੰਦੀ ਤੇਰਾ ਸ਼ੁਕਰ ਹੈ, ਤੇਰੇ ਭਾਣੇ ਵਿੱਚ ਹੈ, ਰਾਤ ਵੀ ਬੀਤੀ ਹੈ, ਦਿਨ ਵੀ ਆਇਆ ਤਾਂ ਵੀ ਤੇਰੇ ਭਾਣੇ ਵਿੱਚ ਹੈ। ਜੇ ਸੁਖ ਦੇਹ ਤਾਂ ਤੁਝੇ ਅਰਾਧੀ। ਭੈਣੋਂ ਬੋਲਿਆ ਕਰੋ, ਸਾਰੀਆਂ ਭੈਣਾਂ ਬੋਲਣ ਨਾਲ, ਮਾਤਾਵਾਂ ਬੋਲਣ, ਵੀਰ ਬੈਠੇ ਹੋ, ਬਜ਼ੁਰਗ ਬੈਠੇ ਨੇ, ਇਹ ਬਾਣੀ ਹੈ, ਆਪਾਂ ਸਾਰਿਆਂ ਨੇ ਬੋਲਣੀ।
जे सुख देह तां तुझे आराधी, तां भी तेरी आराधना। दुख भी तुझे ध्याई, जे मेरे जीवन विच दुख आ जावे ना ते तां भी तेरी आराधना, तेरा ही शुक्र। ये दुख आया तां भी तेरा, सुख दुख तेरी आग्या प्यारे। मैं तो कई बारी हैरान हूँ ना भी जपजी साहब की बाणी विच पंक्तियां आउंदियां, केतियां दुख भूख सद बार। जे दुख आ जे भुख आ जे तेरी दिती दात, ते अगली पंक्ति है ए भे दात तेरी दातार, हे दातार करता पुरख वाहिगुरू। जीवन च दुख आया ये भी तेरा दिता, सुख आया ये भी तेरा दिता। पर बंदे ने एक पंक्ति पासे कर ली, गड्डी दे उपर भी घर के सामने भी तख्ती ला दी, ए भे दात तेरी दातार। पर दुख भूख नूं मनण लई तैयार ही नहीं है। दुख नूं तां बंदा मनण लई तैयार नहीं ना, भी जे दुख आ गया तो तू मेरे नाल धक्का कीता, तू मेरे ते जुल्म कीता। काश जे ये गल माँ गुजर कौर भी ठंडे बुरज विच बैठी सोचदी ना, भी रब्बा अज तू मेरे बच्चे शहीद हो गए ते तू मेरे नाल धक्का कीता। याद रखियो अज इस कौम की चढ़ती कला वाली गल किधरे भी नहीं सी लभनी। ये तो सदके जाइए उन्हां मातावां दे जिहड़ियां बच्चियां दे टोटे टोटे करवा के हार गले विच पवा के भी शुक्र करदियां रहियां भी तेरे भाणे च रात बीती, दिन भी तेरे भाणे च बतीत होवे। मेरे मालका कौम की चढ़ती कला होनी चाहिए है। मैं तो अपने बच्चों के टुकड़े टुकड़े भी होंदे वेख लांगी, पर मेरी कौम चढ़ती कला वालों बुलंदियां वालों जानी चाहिए। माँ गुजर कौर का कोई स्वार्थ थोड़ी सी। माँ गुजर कौर किसी जमीन खातर थोड़ी बच्चों को तोड़ रही सी। अज झगड़े होंदे ने, लड़ाइयां होंदियां ने कुर्सी के नशे वास्ते। कुर्सी का नशा कर लई बंदा किने किने लोग मरवा दिंदा, लड़ाइयां होंदियां, गोलियां चलदियां, उधरों 4 बंदे मारे गए, 4 बंदे उधरों मारे गए। खबरां लग गई अखबारां दे विच, पता लगा फलानी थां ते इलैक्शन सी ते गोली चल गई ते इन्ने बंदे मारे गए। इदां दी लड़ाई नहीं सी साध संगत। ये तो सिर्फ दबे कुचले हुए लोगों को मानवता के गलों गुलामी का जूड़ा लाउण वास्ते गुरु कलगीधर पातशाह महाराज जी ने निशाना मिथया। गुरु तेग बहादुर साहब जी की शहीदी मनुखता को जीवन देण वास्ते हुई सी। गुरु गोबिंद सिंह महाराज जी के साहबजादियां की शहादत मनुखता को जीवन देण वास्ते हुई सी। ये नहीं सी भी निज स्वार्थां दे लई। खैर मैं जिहड़ी बेनती कर रहा सी, भगत का जीवन पर उपकारी जीवन हुंदा है। वो मरदे नहीं, सदा लई अमर हो जाते हैं, जिउंदे ने भगत जन, सदा जिउंदे ने। अज जदों असीं साहिबजादियां नूं अरदास याद करते हैं ना, 5 प्यारियां 4 साहिबजादे, ये 4 साहिबजादे गुरु कलगीधर पातशाह महाराज जी दे, जिन्हां नूं याद किया जाता है। इन्हां ने बड़ा वड्डा परोपकार किया। 7 साल ते 9 साल की उम्र दे विच बाबा शब्द वरत्या जाता, बाबा फतेह सिंह। उम्र तो 7 साल की है। साढ़े घर च 7 साल का बच्चा तो असीं उहनूं बेटा धी पुत्र आखते हैं। पर गुरु कलगीधर पातशाह महाराज जी के फरजंदां दे वास्ते ये शब्द वरत्या जाता, बाबा जुझार सिंह जी, बाबा अजीत सिंह जी, बाबा जोरावर सिंह जी अते बाबा फतेह सिंह जी। बाबे का अर्थ की हुंदा? भाई। बाबे का अर्थ की हुंदा? वडेरा, वड्डी उम्र वाला। तो वड्डियां उम्रां करके सोचां वड्डियां नहीं हुंदियां। ध्यान दिओ, उम्र का संबंध वड्डी उम्र, सियाणप का संबंध वड्डी उम्र के नाल नहीं है। कई बार बंदा कहना ना भी दाड़ा चिट्टा हो गया, बड़ा सियाणा होगा बंदा। केस चिट्टे हो गए ने, सियाणा बंदा है, दाना बंदा है। पर केस चिट्टे हो गए, उम्र 80 साल की हो गई, पर मत सियाणी नहीं है, माफ़ करियो। तो कई बार 7 साल की उम्र दे विच ही वडेरी सियाणप जदों आ जाती ना, ये उन्हां दी वडेरी सियाणप करके उन्होंने बाबा शब्द वरत्या गया। बाबे सन, गल्लां वड्डियां सी, इरादे वड्डे सन, अकीदा विश्वास वड्डा सी, दृढ़ता वड्डी सी, उन्हां दे अंदर सिद्धांत वड्डा सी, सच वड्डा सी। इस करके उन्होंने बाबे शब्द दे नाल नवाजिया गया। ते बाबिਆਂ ने नीहां दे विच खड़ के, दीवारां दे विच खड़ के सिੱਖੀ दे महल नूं मजबूत कीता है। अज असीं उन्हां दा दिन मना रहे हैं। महसूस करके वेखो भी साडे घरां च साहिबजादे हैं ना? जे नहीं है माफ़ करियो। जे साडे बच्चे केस कतल करते हैं, साडे बच्चे दस्तार सजाउण तो किनारा करते हैं, साडे बच्चे बाणी पढ़न तो किनारा करते हैं, साडे घरां विच वो माता गुजर कौर वर्गा माहौल नहीं है। माँ गुजर कौर ने तो ठंडे बुरज नूं सचखंड बना के रख दिता, जिथे साहिबजादियां नूं बाणी पढ़ पढ़ के, शब्द पढ़ पढ़ के, अपने वड्डे वडेरियां दीयां साखियां सुना सुना के सरहद दीयां दीवारां विच खड़न लई मजबूर कर दिता।
ਉਹ ਤਾਂ उस बुरज नूं भी पवित्र कर दिता। मां गुजर कौर ने बाणी दी विचार दे दे के बच्चों नूं, असीं तां घरां दे विचों बाणी नूं चुक्या ते गुरुद्वारा साहब लिया के पोथियां रख दित्तियां। बहुते वीरां दे ना सवाल हुंदे भी असीं ना घर विच बाणी दीयां पोथियां इस करके नहीं रखदे, साडे घरे नशा है। वो भलिया तू बाणी दीयां पोथियां लैके जा, हो सकदा तेरे घरों नशा भज ही जावे। तू तो जिस बाणी ने तेरे घरों नशा भजाउणा सी, वो बाणी चुकी तो तू गुरुद्वारे ले आंदी, गुरुद्वारे लिया के रख दी। कदे इदां होया भी कोई बच्चा पढ़न जावे तो किताबां स्कूल ही छड्ड आवे? इदां थोड़ी हुंदा भी दवाई लैण जावे कोई हॉस्पिटल तो दवाई उत्थे छड्ड आवे, आखे भी चंगा नमस्कार कर दित्ती, स्टोर ते भी जाके डॉक्टर नूं भी नमस्कार कर दित्ती, उत्थे सारे स्टाफ नूं नमस्कार कर दित्ती ते दवाई छड्ड के उत्थे आ गया, कहिंदा मैं तो ठीक हो जांगा इदां ही। पर इदां नहीं होना ठीक। दवाई खावेगा ठीक होवेगा, बच्चा किताबां पुस्तकां पढ़ेगा, पास होवेगा, अगे तो अगली क्लास में जावेगा। तो होया इदां ही है। असीं बाणी दीयां पोथियां चुकियां, बाणी दे गुड़का साहब चुके लिया के गुरुद्वारा साहब रख दिते। गुरु के प्यारिओ, असीं कई वारी हैरान हुंदे हां, गुरमत कैंपां दे दौरान लिटरेचर वंडदे हां ते जदों लिटरेचर वंडिया जांदा ना ते उस वक्त हर माई भाई एक एक किताब लैके जाता है। साहिबजादियां निक्के निक्कियां जिंदा, वड्डे साके, छोटे छोटे किताब च छपे हुए। भाई तारू सिंह दा जीवन, एक खत भाई तारू सिंह दे वारसां दे नाम, बड़ी सोहनी किताब पढ़न वाली, बहुत प्यारी किताब है। शहीदाने वफा, गंजे शहीदां, दो पुस्तकां धर्म प्रचार कमेटी वालों छपदियां, उर्दू दियां नज़मां, जिहदे विच कवि अल्लाह यार खां जोगी ने अपनियां 17 उकरियां ने। साहिबजादियां दा जीवन, साहिबजादियां दी शहीदी दे साकियां नूं बयान कीता है। साहिबजादियां दे इरादियां नूं ते गुरु कलगीधर पातशाह महाराज जी दे पर उपकारां नूं बयान कीता है। ऐसियां पुस्तकां असीं गुरमत कैंपां दे विच वंडदे हां भी बच्चे पढ़नगे, साहिबजादियां वर्गे बनणगे। पर हुंदा की है, असीं गुरमत कैंप विच पुस्तकां वंडदे हां ते जदों साल बाद जाईदा ते ढेर लगा हुंदा गुरु घर विच लिया के लोकां रख दित्तियां। पुछिया जांदा भी क्यों ये किताबां तुसीं चुक के घरों लिया के गुरु घर क्यों रख दित्तियां? कहंदे साडे घर विच कोई भी पढ़न वाला नहीं है, नहीं पढ़न वाला ते तां चुकियां गुरुद्वारे लिया के रख दित्तियां। गुरमुखो, सब तो पहली गल है पढ़ना, गुरबाणी नूं पढ़ना, इतिहास नूं पढ़ना, मर्यादा नूं पढ़ना। पहली गल है पढ़ना, दूजी गल है समझना, तीजी गल उहनूं समझ के जीवन विच जिउणा, पार उतारे दा साधन बनेगी बाणी साडा पार उतारा ही तां है। पहली गल है पढ़ना, दूजी गल उहनूं समझना विचारना, ते तीजी गल उहनूं जिउणा। जदों जिउणा शुरू कर देवांगे ना, फिर साडे घर सचखंड बनणगे। बेगमपुरा शहर को नाओ, दुख अंधो नाही ते ठाऊं, ऐसा माहौल बनेगा। पर मैं जिहड़ी अर्ज कर रहा सी, ये उदों होवेगा जदों असीं पर स्वार्थ वास्ते जिउणा आरंभ करांगे। अजे तो असीं कहने भी मेरा बच्चा लायक होवे, ध्यान नाल समझिओ साध संगत, मेरा बच्चा लायक होवे ते गवांढी दा जां मेरे रिश्तेदार दा बच्चा रज के, बोलो खां साध संगत, नलायक होवे। मैनूं इन्नी खुशी मेरे अपने बच्चे दे पास होण दी होई नहीं हुंदी। मेरे बच्चे नूं जॉब मिल जावे, मैनूं इन्नी खुशी नहीं हुंदी जिन्नी मैनूं खुशी उदों हुंदी है जदों मेरे गवांढी दा बच्चा फेल हो जाता है। एक ऐसी कौम है, ये कौम है जिन्हों खंडे बाटे भी, एक बाटे नूं मूँह लवा के कलगीधर पातशाह ने अमृत पिलाया सी। यो कौम है जिसनों गल ना ला के गुरु नानक साहब कहते एक पिता एक सके हम बारक। एक किधर नूं तुर गया, सिस्टम किधर नूं तुर गया, ये समझ तो बेसमझी वाल नूं तुर गया। आखिर करना की सी असी? खंडे बाटे दी पौल लैण वाला तो भाई बन गया, एक दूजे का भराता बन गया। साडा कुल कर्म जात पात सब कुछ खत्म हो गया। अज तो असी आनंदपुर के वासी हो गए। साडा पंथ परिवार की है, खालसा साडा परिवार बन गया। कलगीधर पिता महाराज साडे गुरु पिता बन गए। माता साहिब कौर दे असी लाडले पुत्र बन गए, साहिबजादियां दे भराता बन गए। पर बनांगे उदों जदों असी अपनियां आदतां नूं अपनियां बुराइयां नूं त्याग के परम आनंद विच जीउणा आरंभ करांगे। परम आनंद दा अर्थ हुंदा उच्ची आत्मक अवस्था, उच्चा सुच्चा ते सचियारा जीवन, जिथे किसी प्रकार का कोई झोरा, किसी प्रकार का कोई स्वार्थ,
स्वार्थ इक्को ही होना चाहिए है। नानक नाम मिले तां जीवां तन मन थीवै हरिया। स्वार्थ भी तो चलो ये मन्निया भी स्वार्थ होवे, पर स्वार्थ चंगा होना चाहिए। स्वार्थ ये थोड़ी होना चाहिए भी मैं दूजियां दा बिगाड़ के ते अपना सवार लवां। ये तो औरंगजेब की बिरती सी ना भी मैं दूजियां नूं खत्म करके इक्को बोलबाला इस्लाम का तकना चाहुंदा। हर पासे इस्लाम का बोलबाला हो, हर पासे चार चफेरे अल्लाह के नाम ते आवाज़ देने वाले होण। पर की जानदा सी वो भी बहुता समा दूर नहीं है। जिस वक्त इस भारत की धरती तो जिन्हां ते जुल्म हो रहा, जिन्हां ते धक्का ते अत्याचार किया जा रहा है, वो समा दूर नहीं है इस धरती तो मुगल राज दीयां जड़ां पुट्टियां जाणगीआं। एक आपां बापू सोहण सिंह सीतल जी ने बड़ी प्यारी किताब लिखी है मनुखता के गुरु गुरु गोबिंद सिंह। ये किताब पढ़न वाली मैं फिर बेनती कर देवां साध संगत भी सानू पढ़न की आदत पै जाए। साडे परिवारां विच लिटरेचर घरां विच पढ़न की आदत पाईए। असीं मनुखता के गुरु गुरु गोबिंद सिंह महाराज ये बापू सोहण सिंह सीतल ढाडियां के पितामह होए ने, जिन्हां ने किताब लिखी, बड़ी प्यारी किताब है। उहदे विच जिक्र किया उन्होंने जिस वक्त गुरु कलगीधर पातशाह महाराज जी नूं छोटे साहिबजादियां की खबर मिली सी ना भी शहीद हो गए। यो पिता नहीं भी अखा चों हंझू केरन वाला सी, यो पिता नहीं है जिहड़ा महिला ते चढ़ के छाल मारेगा तो अपने आप नूं खत्म कर लवेगा। ये दुनिया ते ऐसे भी अपने आप नूं धर्मात्मा खवाउण वाले होए जिन्हां ने अपने पुत्रां नूं बनवास भी दिता ते घरों निकलदियां नूं वेखदियां वेखदियां हौल पै गए, मोह दीयां तंदां छिड़ पईयां। जदों मोह दे विच आके महिला ते चढ़िया ते देखिया भी दूर हो गए, नज़रां तो ओले हो गए, महिला तो छाल मारी, सुसाइड कर लिया, मौत हो गई। पर गुरु कलगीधर पातशाह वो नहीं है। ये तो अजीत सिंह नूं भी तोड़ते हैं, जुझार सिंह नूं भी तोड़ते हैं। जिस दिन राय कल्ले दे कोल गुरु गोबिंद सिंह महाराज जी नूं एक खबर मिलती है ना भी साहिबजादे ते मां गुजर कौर शहीदी का जाम पी गए। पर कितनी प्यारी खबर दी राय कल्ले दे कोल नूरे माई ने। देखो प्यार ना समझियो साध संगत, 2 दिन नूरा माई सरहद की धरती ते रहा है। बड़ी खोज की उन्हें, सारिया गल्लां पुछियां किवें शहीदी हुई है, किवें किवें उन्हां ते जुल्म किया गया, किवें किवें अत्याचार किया गया। वैसे तो दुन्ना सिंह हंडूरीए ने ना अपनी लिखत दे विच बड़ा प्यारा जिक्र किया, क्योंकि उन्होंने समकाली कवि मन्निया जाता है। वो समकाली सी, उस वक्त उन्हें सारा माहौल तकिया सी भी किहड़ा किहड़ा साहिबजादियां नाल जुल्म किया गया। साहिबजादियां नूं कोरड़े भी मारे गए, साहिबजादियां दे तन ते शमकां भी मारियां गईयां, साहिबजादियां नूं पिप्पल दे नाल बन के गलेल दे नाल कस के गलेले भी मारे गए। बड़ा जुल्म किया, दीवारां विच भी चिणिया गया। अखीर उन्होंने साह रग तो कतल किया गया, इत्थों जिबा किया गया, सहजे सहजे उन्हों की गर्दन कटी गई। बड़ा तगड़ा तसीहा सी, बड़ा तगड़ा जुल्म किया गया। ये सारिया गल्लां दी जानकारी जिस वक्त नूरे माई ने सरहद की धरती ते रह के आले दुआले तो प्राप्त की ते नाल उन्हें ना कुछ गल्लां होर भी सुनिया। सारिया गल्लां लोकां दे मूँह तो जबानी सुन के ते जाके कलगीधर पातशाह महाराज जी नूं दसदा, कहंदा महाराज नूरा आ रहा है। तो नूरे नूं वेख के सतगुरु महाराज भी उठ खलोते ने भी नूरा आया को खबर देवेगा, ये माई आया आके को खबर देवेगा। ते माई ने काले कदमां दे नाल गुरु कलगीधर पातशाह महाराज जी के सामने जाके खड़िया ते अखां ते इस तरह हाथ रख ले, अखां ते हथ रखे। सतगुरु कहंदे भी नूरिया की गल है, तू अखां ते हथ क्यों रख रहा? उहदा गच भर आया, उहदा मन भर आया। सतगुरु मैं दस नहीं सकता, खबर चंगी नहीं है। महाराज कहंदे नूरिया दस की होया? सतगुरु तुहाडे लड़ी दे विचों दोनों मोती टुट गए ने, पर महाराज शहीदियां प्राप्त कर गए ने दोनों साहिबजादे, माता गुजर कौर भी शहीदी प्राप्त कर गए। सतगुरु सच्चे पातशाह कहंदे फिर की होया नूरिया, कोई होर खबर दस उन्हां दी भी किते मेरे फतेह सिंह ने जदों शहीदी का जाम पीता किते हाय तां नहीं आखी, किते सी तां नहीं आख्या, किते कोई उच्ची चीक तां नहीं मारी, किते मेरे जोरावर सिंह ने सूबा वजीद खान की कचहरी में जाके दीने इस्लाम तां नहीं कबूल किया।
ਤੇ ਨੂਰੇ ਮਾਈ ਨੇ ਆਖਿਆ ਸੱਚੇ ਪਾਤਸ਼ਾਹ महाराज ਉਹ ਤੁਹਾਡੇ ਹੀਰਿਆਂ ਦੀ ਇੱਕ ਬਾਤ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ। ਉਹਨਾਂ ਨੂੰ 2 ਦਿਨ ਸੂਬੇ ਵਜੀਦ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤੇ ਦੋਨੋਂ ਦਿਨ ਉਹਨਾਂ ਨੇ ਸੂਬੇ ਵਜੀਦ ਖਾਨ ਦੀ ਕਚਹਿਰੀ ਵਿੱਚ ਜਾ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਰਹੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਰਾ ਬੁਲਾਉਂਦੇ ਰਹੇ। ਮਹਾਰਾਜ ਉਹ ਡੋਲੇ ਨਹੀਂ, ਆਪਣੇ ਦੀਨ ਈਮਾਨ ਤੋਂ ਭਟਕੇ ਨਹੀਂ। ਉਹਨਾਂ ਨੇ ਦ੍ਰਿੜ ਇਰਾਦਿਆਂ ਦੇ ਨਾਲ ਸੂਬਾ ਵਜੀਦ ਖਾਨ ਤੇ ਸੁੱਚਾਨੰਦ ਵਰਗੇ ਜਲਾਦਾਂ ਦਾ ਬੜੇ ਖੜਕਵੇਂ ਸ਼ਬਦਾਂ ਦੇ ਵਿੱਚ ਜਵਾਬ ਦਿੱਤਾ ਔਰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ। ਮਹਾਰਾਜ ਉਹ ਤਾਂ ਘਬਰਾਏ ਨਹੀਂ, ਡੋਲੇ ਨਹੀਂ, ਦੀਵਾਰਾਂ ਵਿੱਚ ਚਿਣਿਆ ਗਿਆ ਉਹਨਾਂ ਨੂੰ। ਮਹਾਰਾਜ ਉਹਨਾਂ ਨੂੰ ਸਾਹ ਰਗ ਤੋਂ ਜ਼ਿਬਾ ਕੀਤਾ ਗਿਆ, ਸ਼ਹੀਦੀ ਦਾ ਜਾਮ ਪੀ ਗਏ, ਪਰ ਕੌਮ ਦੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਉਹ ਆਪਣਾ ਆਪਾ ਕੁਰਬਾਨ ਕਰ ਗਏ। ਇਹ ਉਹ ਪਿਤਾ ਜਿਨੇ ਖਬਰ ਸੁਣੀ ਆਪਣੇ ਬੱਚਿਆਂ ਦੀ, ਧਿਆਨ ਨਾਲ ਸਮਝਣਾ ਸਾਧ ਸੰਗਤ, 2 ਪੁੱਤਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਮਕੌਰ ਦੀ ਧਰਤੀ ਤੇ ਸਤਿਗੁਰੂ ਦੀਆਂ ਨਜ਼ਰਾਂ ਦੇ ਸਾਹਮਣੇ ਸ਼ਹੀਦ ਹੋਏ। ਗੁਰੂ ਸਾਹਿਬ ਜੀ ਦੇ ਸਾਹਮਣੇ 2 ਪੁੱਤਰ ਸ਼ਹੀਦ ਹੋ ਗਏ। 2 ਪੁੱਤਰਾਂ ਦੀ ਖਬਰ ਰਾਏ ਕੱਲੇ ਦੇ ਕੋਲ ਸਤਿਗੁਰੂ ਮਹਾਰਾਜ ਜੀ ਨੂੰ ਪਹੁੰਚ ਗਈ ਹੈ। ਇਹ ਕੈਸਾ ਪਿਤਾ ਹੈ। ਅਸੀਂ ਇਹ ਪੜ੍ਹਦੇ ਹਾਂ, ਸੁਣਦੇ ਹਾਂ, ਬੜੀ ਵਾਰ ਸਟੇਜਾਂ ਤੋਂ ਸੁਣਿਆ ਵੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ 4 ਮੋਏ ਤੋਂ ਕਹਿ ਪਿਆ ਜੀਵਤ ਕਈ ਹਜ਼ਾਰ, ਵੀ 4 ਵਾਰ ਦਿੱਤੇ ਤੇ ਹਜ਼ਾਰਾਂ ਪੈਦਾ ਹੋਣਗੇ। ਗੁਰੂ ਸਾਹਿਬ ਦਾ ਤਾਂ ਨਿਸ਼ਾਨਾ ਬੜਾ ਵੱਡਾ ਸੀ ਕਿ ਹਰ ਘਰ ਵਿੱਚ ਇਹ ਪੈਦਾ ਹੋਣਗੇ, ਯੋਧੇ ਪੈਦਾ ਹੋਣਗੇ, ਈਮਾਨ ਵਾਲੇ, ਦੀਨ ਵਾਲੇ, ਧਰਮ ਨਿਭਾਉਣ ਵਾਲੇ, ਧਰਮ ਲਈ ਜਿੰਦ ਲੇਖੇ ਲਾਉਣ ਵਾਲੇ ਪੈਦਾ ਹੋਣਗੇ। ਪਰ ਗੁਰਮੁਖੋ ਕਿਤੇ ਨਾ ਕਿਤੇ ਅੱਜ ਸਾਨੂੰ ਵਿਚਾਰਨ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਤੱਕ ਇਤਿਹਾਸ ਪੜ੍ਹ ਕੇ ਵੇਖੋ ਤੇ ਗੁਰਬਾਣੀ ਪੜ੍ਹ ਕੇ ਵੇਖੋ, ਸਤਿਗੁਰੂ ਮਹਾਰਾਜ ਨੇ ਕਿੰਨੀ ਪਿਆਰੀ ਮਰਿਆਦਾ ਦਿੱਤੀ ਸੀ ਕਿ ਸਿੱਖ ਦੀ ਜਦੋਂ ਪਰਿਭਾਸ਼ਾ ਬਿਆਨ ਕੀਤੀ ਗਈ ਨਾ, ਦੁਨੀਆ ਦੇ ਨਕਸ਼ੇ ਤੇ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ। ਇਹ ਤਾਂ ਨਹੀਂ ਆਖਿਆ ਵੀ ਸਿੱਖ ਦੀ ਪੱਗ ਬੜੀ ਪੇਚਾਂ ਵਾਲੀ ਹੋਵੇ, ਸਿੱਖ ਦਾ ਕੱਪੜਾ ਪਹਿਨਿਆਂ ਤਨ ਤੇ ਬੜਾ ਸੋਹਣਾ ਹੋਵੇ, ਸਿੱਖ ਦਾ ਦਾੜਾ ਬੜਾ ਲੰਬਾ ਹੋਣਾ ਚਾਹੀਦਾ। ਇਹ ਕੰਡੀਸ਼ਨਾਂ ਨਹੀਂ ਲਾਈਆਂ। ਸਿੱਖ ਦਾ ਦਾੜਾ ਹੋਣਾ ਚਾਹੀਦਾ, ਲੰਬਾ ਘੱਟ ਹੈ ਜਾਂ ਵੱਧ ਹੈ, ਇਹ ਨਹੀਂ ਆਖਿਆ। ਸਿੱਖ ਨੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਇਹ ਗੱਲ ਆਖੀ ਹੈ ਵੀ ਕੇਸ ਨਹੀਂ ਕੱਟਣੇ, ਕੇਸ ਨਹੀਂ ਕਟਾਉਣੇ, ਜੋ ਕਰਤਾ ਪੁਰਖ ਵਾਹਿਗੁਰੂ ਨੇ ਦਿੱਤੇ ਉਹਨਾਂ ਨੂੰ ਸਾਬਤ ਰੱਖਣਾ, ਇਹ ਆਖਿਆ। ਕਿੰਨੀ ਪਿਆਰੀ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਚੱਲੀ ਆਈ ਮਰਿਆਦਾ, ਧਿਆਨ ਨਾਲ ਸਮਝਿਓ। ਉਸ ਮਰਿਆਦਾ ਦੇ ਵਿੱਚ ਨਾ ਸਿੱਖ ਦੀ ਜਿਹੜੀ ਡੈਫੀਨੇਸ਼ਨ ਦਿੱਤੀ ਸੀ, ਸਿੱਖ ਦੀ ਜਿਹੜੀ ਪਰਿਭਾਸ਼ਾ ਸੀ, ਉਹ ਬੁੱਤ ਪ੍ਰਸਤ ਨਹੀਂ ਹੋਵੇਗਾ, ਉਹ ਮੜੀਆਂ ਨੂੰ ਪੂਜਣ ਵਾਲਾ ਨਹੀਂ ਹੋਵੇਗਾ, ਉਹ ਕਬਰਾਂ ਨੂੰ ਪੂਜਣ ਵਾਲਾ ਨਹੀਂ ਹੋਵੇਗਾ, ਉਹ ਬੰਦਿਆਂ ਦੀ ਚਮੜੇ ਦੇ ਬੁੱਤਾਂ ਦੀ ਪੂਜਾ ਕਰਨ ਵਾਲਾ ਨਹੀਂ ਹੋਵੇਗਾ, ਉਹ ਵਹਿਮੀ ਭਰਮੀ ਤੇ ਪਖੰਡੀ ਨਹੀਂ ਹੋਵੇਗਾ। ਪਰ ਕਮਾਲ ਦੀ ਗੱਲ ਹੈ, ਅੱਜ ਤਾਂ ਅਸੀਂ ਪਲ ਪਲ ਤੇ ਵਹਿਮ ਕਰਦੇ ਹਾਂ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਵਾਉਣਾ, ਅਖੰਡ ਪਾਠ ਸਾਹਿਬ ਕਰਵਾਉਣਾ ਹੋਵੇ ਨਾ, ਉੱਥੇ ਵੀ ਭਾਈ ਸਾਹਿਬ ਨੂੰ ਕਹਿੰਦੇ ਵੀ ਭਾਈ ਸਾਹਿਬ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਪ੍ਰਕਾਸ਼ ਕਰੇ, ਇਹ ਲੈ ਕੇ ਤਾਂ ਬਾਣੀ ਘਰੇ ਜਾਣਦਿਆਂ ਤੂੰ ਜਿਸ ਗੁਰੂ ਨੇ ਤੇਰੇ ਭਰਮ ਤੋੜਨੇ ਸੀ, ਤੂੰ ਤਾਂ ਉਸ ਗੁਰੂ ਨੂੰ ਵੀ ਘਰ ਲਿਜਾ ਕੇ ਭਰਮ ਪਾਲ ਰਿਹਾ। ਇਹ ਤਾਂ ਗੁਰੂ ਤੇਰੇ ਭਰਮਗੜ੍ਹ ਤੋੜਨ ਵਾਲਾ ਹੈ, ਇਹ ਤਾਂ ਤੇਰੇ ਅੰਦਰੋਂ ਭਰਮਾਂ ਦਾ ਪਰਦਾ ਚੁੱਕਣ ਵਾਲਾ, ਪਰ ਤੂੰ ਤਾਂ ਗੁਰੂ ਨੂੰ ਵੀ ਘਰ ਲਿਜਾ ਕੇ ਆਖਿਆ ਵੀ ਮਹਾਰਾਜ ਦਾ ਮੂੰਹ ਚੜ੍ਹਦੇ ਵੱਲ ਨੂੰ ਕਰਿਓ। ਕਈ ਗੁਰਸਿੱਖ ਪਿਆਰੇ ਐਸੇ ਵੀ ਹੈਗੇ ਨੇ, ਖੰਡ ਪਾਠ ਸਾਹਿਬ ਇੱਕ ਕਮਰੇ 'ਚ ਹੁੰਦਾ ਤੇ ਜਿਸ ਦਿਨ ਭੋਗ ਪੈਂਦਾ ਫਿਰ ਰਸੋਈ 'ਚ ਵੀ ਲੈ ਕੇ ਜਾਂਦੇ ਮਹਾਰਾਜ ਨੂੰ, ਡਰਾਇੰਗ ਰੂਮ ਦੇ ਵਿੱਚ ਵੀ, ਬੈਡਰੂਮ ਦੇ ਵਿੱਚ ਵੀ, ਸਾਰਾ ਘਰ ਘੁਮਾ ਦਿੰਦੇ ਨੇ ਵੀ ਮਹਾਰਾਜ ਇਹਨੂੰ ਵੀ ਪਵਿੱਤਰ ਕਰ ਦਿਓ, ਇਹਨੂੰ ਵੀ ਪਵਿੱਤਰ ਕਰ ਦਿਓ। ਉਸ ਵਕਤ ਵੀ ਗੁਰੂ ਕਲਗੀਧਰ ਪਾਤਸ਼ਾਹ ਸੋਚਦੇ ਹੋਣੇ ਵੀ ਸੱਜਣਾ, ਘਰ ਨੂੰ ਪਵਿੱਤਰ ਕਰਨ ਵਾਲਿਆ, ਕਿਤੇ ਸੋਚ ਨੂੰ ਪਵਿੱਤਰ ਕਰਕੇ ਵੇਖ, ਤੈਨੂੰ ਸਾਰਾ ਕੁਝ ਪਵਿੱਤਰ ਦਿਸੇਗਾ। ਤੂੰ ਘਰ ਤਾਂ ਪਵਿੱਤਰ ਬਣਾ ਰਿਹਾ, ਪਰ ਤੇਰੀ ਸੋਚ ਵਿੱਚ ਅਜੇ ਪਵਿੱਤਰਤਾ ਨਹੀਂ ਆਈ। ਤੇ ਪਵਿੱਤਰਤਾ ਕਰਨਾ ਸੀ ਸੋਚ ਨੂੰ ਬੰਦੇ ਨੇ। ਮੈਂ ਬਾਣੀ ਦਾ ਬਚਨ ਇੱਕ ਹੋਰ ਸਾਂਝਾ ਕਰ ਦੇਣਾ, ਜਿਸ ਚੀਜ਼ ਦੀ ਪਵਿੱਤਰਤਾ ਚਾਹੀਦੀ ਸੀ, ਜਿਸ ਮਰਿਆਦਾ ਨੂੰ ਅਸੀਂ ਸੈੱਟ ਕਰਨਾ ਸੀ ਜੀਵਨ ਵਿੱਚ, ਉਹ ਮਰਿਆਦਾ ਪਾਸੇ ਕੀਤੀ ਹੈ। ਮੈਲ ਤਾਂ ਸਾਬਣ ਨੇ ਕੱਟਣੀ ਹੈ ਨਾ, ਕੱਪੜਾ ਸਾਫ਼ ਕਰਨਾ ਹੋਵੇ ਤੇ ਸਾਬਣ ਦੀ ਵਰਤੋਂ ਕੀਤੀ ਜਾਂਦੀ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਵੀ ਕੱਪੜਾ ਗੰਦਗੀ ਨਾਲ ਪਲੀਤ ਹੋਵੇ ਤੇ ਸਾਬਣ ਦੀ ਵਰਤੋਂ ਕਰੀਦੀ ਹੈ ਪਾਣੀ ਦੇ ਨਾਲ ਨਾਲ, ਤੇ ਸਾਬਣ ਦੀ ਵਰਤੋਂ ਕਰਕੇ ਉਹਨੂੰ ਸਾਫ਼ ਕੀਤਾ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਵੀ ਨਾਮ ਦੇ ਰੰਗ ਦਾ ਧੁਪਣੀ ਹੈ ਮੱਤ ਤੇਰੀ, ਪਾਪਾਂ ਨਾਲ ਭਰੀ ਹੋਈ ਮੱਤ ਜਿਹੜੀ ਧੁਪਣੀ ਹੈ ਨਾਮ ਦੇ ਰੰਗ ਨਾਲ। ਬੰਦਾ ਪਵਿੱਤਰ ਕਰਨਾ ਚਾਹੁੰਦਾ ਹੈ ਘਰ ਨੂੰ, ਪਵਿੱਤਰ ਕੱਪੜੇ ਨੂੰ,
ਪਵਿੱਤਰ ਤਨ ਨੂੰ ਸਤਿਗੁਰੂ ਕਹਿੰਦੇ ਸਾਰੀਆਂ ਚੀਜ਼ਾਂ ਤੋਂ ਪਵਿੱਤਰ ਕਰ ਲਾ। ਜਿੰਨੀ ਦੇਰ ਤੇਰਾ ਮਨ ਪਵਿੱਤਰ ਨਹੀਂ ਨਾ ਹੁੰਦਾ ਉਨੀ ਦੇਰ ਤੱਕ ਤੂੰ ਪਲੀਤ ਹੈ। ਤੇਰੇ ਵਰਗਾ ਹੋਰ ਪਲੀਤ ਦੁਨੀਆ 'ਚ ਕੋਈ ਵੀ ਨਹੀਂ ਹੋ ਸਕਦਾ। ਮਨ ਪਵਿੱਤਰ ਕਰ। ਜਿਨ੍ਹਾਂ ਦੇ ਮਨ ਪਾਕ ਪਵਿੱਤਰ ਸਨ ਉਹ ਨੀਹਾਂ 'ਚ ਖੜੇ ਵੀ ਨਹੀਂ ਸੀ ਡੋਲਦੇ, ਤੇ ਜਿਨ੍ਹਾਂ ਦੇ ਅੰਦਰ ਪਲੀਤ ਸੀ ਨਾ, ਜਿਹੜੇ ਅੰਦਰੋਂ ਗੰਦਗੀ ਦੇ ਨਾਲ ਭਰੇ ਹੋਏ ਸੀ ਨਾ, ਉਹ 52 ਤੇ 56 ਸਾਲ ਦੀ ਉਮਰ ਦੇ ਸਜ਼ਾਵਾਂ ਦੇਣ ਵਾਲੇ ਵੀ ਹੱਥ ਕੰਬਦੇ ਸੀ। ਇਸ ਤਰ੍ਹਾਂ ਉਹਨਾਂ ਦੇ ਹੱਥ ਕੰਬਦੇ ਸੀ। ਸੁੱਚਾ ਆਨੰਦ ਕਹਿੰਦਾ ਵੀ ਤੁਹਾਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਤੁਹਾਨੂੰ ਡਰ ਨਹੀਂ ਲੱਗਦਾ। ਸੁੱਚਾ ਆਨੰਦ ਡਰ ਲੱਗੇ ਤੈਨੂੰ, ਅਸੀਂ ਤਾਂ ਧਰਮੀ ਆ। ਬਾਬੇ ਦੀ ਬਾਣੀ ਦਾ ਬਚਨ ਹੈ ਨਾ, ਸੋ ਡਰੇ ਜੋ ਪਾਪ ਕਮਾਵਦਾ। ਵੀ ਡਰਦਾ ਤੇ ਉਹ ਆ ਜਿਹੜਾ ਪਾਪ ਕਮਾਵੇਗਾ। ਸਾਹਿਬਜ਼ਾਦਿਆਂ ਨੇ ਉੱਚੀ ਆਵਾਜ਼ ਵਿੱਚ ਆਖਿਆ ਵੀ ਸੁੱਚਾ ਆਨੰਦ ਅਸੀਂ ਪਾਪੀ ਨਹੀਂ ਆ, ਅਸੀਂ ਤਾਂ ਅੱਲਾ ਪਾਕ ਕਰਤਾ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਜਿਹੋ ਜਿਹਾ ਉਹਨੇ ਸਾਨੂੰ ਸੰਸਾਰ 'ਚ ਭੇਜਿਆ ਉਹੋ ਜਿਹਾ ਬਣ ਕੇ ਅਸੀਂ ਜਿਉ ਰਹੇ ਹਾਂ। ਸਾਡੇ ਅੰਦਰ ਪਾਪ ਥੋੜ੍ਹੀ ਅਸੀਂ ਡਰੀਏ। ਡਰਦਾ ਤਾਂ ਉਹ ਆ ਜਿਹਨੇ ਚੋਰੀ ਕੀਤੀ ਹੋਵੇ, ਡਰਦਾ ਤੇ ਉਹ ਆ ਜਿਹਨੇ ਕਤਲ ਕੀਤਾ ਹੋਵੇ, ਡਰਦਾ ਤੇ ਉਹ ਆ ਜਿਹਨੇ ਕੋਈ ਡਾਕਾ ਮਾਰਿਆ ਹੋਵੇ, ਕੋਈ ਜ਼ੁਲਮ ਕੀਤਾ ਹੋਵੇ। ਅਸੀਂ ਕੋਈ ਗੁਨਾਹ ਥੋੜ੍ਹੀ ਕੀਤਾ, ਡਰੀਏ ਕਿਉਂ? ਸੋ ਡਰੇ ਜੋ ਪਾਪ ਕਮਾਵਦਾ ਧਰਮੀ ਵਿਗਸੇਤ ਦਾ ਅਰਥ ਹੁੰਦਾ ਖੇੜੇ ਵਿੱਚ ਨਾਨਕ ਭਗਤਾਂ ਸਦਾ ਵਿਗਾਸ। ਕਿਸੇ ਤੋਂ ਖੋ ਕੇ ਵੇਖੋ ਕੋਈ ਚੀਜ਼, ਸਾਧ ਸੰਗਤ, ਕਿਸੇ ਤੋਂ ਕੁਝ ਖੋਗੇ ਨਾ ਤੇ ਤੁਹਾਡੇ ਮਨ ਨੂੰ ਵੀ ਚੈਨ ਨਹੀਂ ਆਉਣਾ ਵੀ ਉਹ ਤਾਂ ਗਰੀਬ ਬੰਦਾ ਸੀ, ਮੈਂ ਉਹਦੇ ਕੋਲੋਂ ਖੋਹ ਲਿਆ। ਜਿਸ ਦਿਨ ਕੁਝ ਕਿਸੇ ਆਰਥਿਕ ਪੱਖੋਂ ਗਰੀਬ ਬੰਦੇ ਨੂੰ ਕੁਝ ਹੱਥੋਂ ਦਿਓਗੇ ਨਾ, ਉਹ ਦਿਨ ਸਾਰੀ ਰਾਤ ਤੇ ਸਾਰਾ ਦਿਨ ਵੀ ਖੇੜੇ ਵਿੱਚ ਗੁਜ਼ਰੇਗਾ। ਭਗਤ ਦੂਜਿਆਂ ਵਾਸਤੇ ਜਿਉਂਦੇ ਨੇ, ਇਸ ਲਈ ਭਗਤਾਂ ਦੇ ਜੀਵਨ ਵਿੱਚ ਵਿਕਾਸ ਹੈ। ਉਹਨਾਂ ਦੇ ਮਨ ਦੀ ਪਵਿੱਤਰਤਾ ਹੈ, ਤੇ ਜਿਨ੍ਹਾਂ ਦੇ ਮਨ ਦੀ ਪਵਿੱਤਰਤਾ ਸੀ ਉਹ ਦੀਵਾਰਾਂ ਵਿੱਚ ਖੜੇ ਹੋਏ ਵੀ ਨਹੀਂ ਡੋਲੇ, ਪਰ ਜਿਹੜੇ ਪਲੀਤ ਸੀ ਨਾ ਉਹ ਤਖਤ ਦੇ ਉੱਪਰ ਬੈਠ ਕੇ ਵੀ ਥਰ-ਥਰ ਕੰਬਦੇ ਰਹੇ। ਜਿਸ ਦਿਨ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਜਾਣਾ ਸੀ ਨਾ, ਉਸ ਦਿਨ ਕਚਹਿਰੀ ਦੇ ਵਿੱਚ ਉਹਨੂੰ ਲਿਆਂਦਾ ਗਿਆ। ਭਾਈ ਤਾਰੂ ਸਿੰਘ ਨੂੰ ਪਹਿਲਾਂ ਚਰਖੀ ਤੇ ਚੜਾਇਆ ਗਿਆ, ਸਰੀਰ ਹੱਡੀਆਂ ਚੂਰ ਹੋ ਗਈਆਂ। ਫਿਰ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਲਾਗੇ ਬੈਠਾ ਲਖਪਤ ਰਾਏ, ਕਿਉਂਕਿ ਧਿਆਨ ਨਾਲ ਸਮਝਿਓ ਸਾਧ ਸੰਗਤ, ਗੁਲਾਮਾਂ ਦੀ ਸੋਚ ਕਦੀ ਆਜ਼ਾਦ ਨਹੀਂ ਹੁੰਦੀ। ਲਖਪਤ ਰਾਏ ਵੀ ਆਜ਼ਾਦ ਸੋਚ ਵਾਲਾ ਨਹੀਂ ਸੀ, ਉਹ ਵੀ ਖੁਸ਼ਾਮਦ ਕਰਨ ਵਾਲਾ ਸੀ ਸਰਕਾਰ ਦੀ, ਜਿਵੇਂ ਸੁੱਚਾ ਆਨੰਦ ਖੁਸ਼ਾਮਦ ਕਰਦਾ ਸੀ। ਸੁੱਚਾ ਆਨੰਦ ਨੇ ਵੀ ਖੁਸ਼ਾਮਦ ਕੀਤੀ, ਲਖਪਤ ਰਾਏ ਨੇ ਵੀ ਖੁਸ਼ਾਮਦ ਕੀਤੀ, ਚਾਪਲੂਸੀ ਕੀਤੀ ਸੁੱਚਾ ਆਨੰਦ ਨੇ ਵੀ ਤੇ ਲਖਪਤ ਰਾਏ ਨੇ ਵੀ। ਜਦੋਂ ਤਾਰੂ ਸਿੰਘ ਨੂੰ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਤੇ ਲਖਪਤ ਰਾਏ ਉੱਠ ਕੇ ਕਹਿੰਦਾ, ਤਾਰੂ ਸਿੰਘਾ ਤੂੰ ਸਿੱਖੀ ਦੀਆਂ ਗੱਲਾਂ ਛੱਡ ਦੇ, ਤੂੰ ਕੀ ਲੈਣਾ ਸਿੱਖੀ ਤੋਂ। ਤੇ ਭਾਈ ਤਾਰੂ ਸਿੰਘ ਨੇ ਲਖਪਤ ਰਾਏ ਨੂੰ ਜਿਹੜਾ ਜਵਾਬ ਦਿੱਤਾ ਸੀ ਨਾ, ਭਾਈ ਤਾਰੂ ਸਿੰਘ ਕਹਿਣ ਲੱਗੇ ਵੀ ਲਖਪਤ ਰਾਏ ਤੂੰ ਕੀ ਜਾਣੇ ਸਿੱਖੀ ਦਾ ਆਨੰਦ ਕੀ ਹੈ, ਤੈਨੂੰ ਕੀ ਪਤਾ ਸਿੱਖੀ ਦਾ ਆਨੰਦ ਕੀ ਹੈ। ਸਿੱਖੀ ਜਿਉਣ ਵਾਲਿਆਂ ਨੂੰ ਪਤਾ ਵੀ ਸਿੱਖੀ ਦਾ ਆਨੰਦ ਕੀ ਹੈ। ਫਿਰ ਭਾਈ ਤਾਰੂ ਸਿੰਘ ਨੂੰ ਤਸੀਹੇ ਦਿੱਤੇ ਗਏ, ਕਚਹਿਰੀ 'ਚ ਪੇਸ਼ ਕੀਤਾ ਗਿਆ, ਲਿਆਂਦਾ ਗਿਆ ਚਰਖੀ ਤੇ ਚੜਾ ਕੇ। ਜਦੋਂ ਕਚਹਿਰੀ ਵਿੱਚ ਲਿਆਂਦਾ ਨਾ, ਲਖਪਤ ਰਾਏ ਕਹਿੰਦਾ ਵੀ ਤਾਰੂ ਸਿੰਘਾ ਕੀ ਸਵਾਦ ਹੈ ਚਰਖੀ ਦਾ। ਤੇ ਭਾਈ ਤਾਰੂ ਸਿੰਘ ਕਹਿਣ ਲੱਗੇ ਵੀ ਲਖਪਤ ਰਾਏ ਜੇ ਚਰਖੀ ਦਾ ਸਵਾਦ ਲੈਣਾ ਤੇ ਇੱਕ ਵਾਰੀ ਚੜ੍ਹ ਕੇ ਵੇਖ, ਆਪ ਚੜ੍ਹ ਕੇ ਵੇਖ ਇੱਕ ਵਾਰੀ ਚਰਖੀ ਤੇ, ਫਿਰ ਤੈਨੂੰ ਪਤਾ ਲੱਗੇਗਾ ਵੀ ਚਰਖੀਆਂ ਤੇ ਚੜ੍ਹਨ ਦਾ ਸਵਾਦ ਕੀ ਹੁੰਦਾ ਹੈ। ਤੇਰੇ ਵਰਗੇ ਮੈਨੂੰ ਚਰਖੀਆਂ ਤੇ ਚੜਾ ਕੇ ਮੇਰੇ ਤਨ ਦੀਆਂ ਹੱਡੀਆਂ ਚੂਰ ਕਰ ਸਕਦੇ ਨੇ, ਪਰ ਯਾਦ ਰੱਖੀ ਇਸ ਤਨ ਦੀਆਂ ਹੱਡੀਆਂ ਦੀ ਰੋੜੀ ਬਣ ਕੇ ਸਿੱਖੀ ਦੀਆਂ ਮਹਿਲਾਂ ਦੀਆਂ ਨੀਹਾਂ ਵਿੱਚ ਪੈਣੀ ਹੈ। ਇਹ ਸਿੱਖੀ ਦੇ ਮਹਿਲ ਵੇਖੀ ਕਿਵੇਂ ਮਜ਼ਬੂਤ ਹੁੰਦੇ ਆ। ਇੱਕ ਤਾਰੂ ਸਿੰਘ ਸ਼ਹੀਦ ਹੋਵੇਗਾ, ਹਜ਼ਾਰਾਂ ਘਰਾਂ ਵਿੱਚ ਤਾਰੂ ਸਿੰਘ ਪੈਦਾ ਹੋਣਗੇ। ਯਾਦ ਰੱਖਿਓ ਭਾਈ ਤਾਰੂ ਸਿੰਘ ਅੱਜ ਸਾਡੀ ਕੌਮ ਦੇ ਲਈ ਚਾਨਣ ਮੁਨਾਰਾ ਹੈ। ਉਹਦਾ ਜੀਵਨ ਉਸ ਗੁਰਸਿੱਖ ਪਿਆਰੇ ਦਾ। ਭਾਈ ਤਾਰੂ ਸਿੰਘ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਉਦੋਂ ਸਾਡੀ ਕੌਮ ਨੂੰ ਅਸੀਂ ਸਭ ਤੋਂ ਵੱਡਾ ਲੂਣਾ ਦਿੱਤਾ ਜਾਂਦਾ ਵੀ ਕੇਸਾਂ ਦੀ ਬੇਅਦਬੀ ਨਾ ਕਰਿਓ। ਯੋਧੇ ਨੇ ਖੋਪਰ ਲਵਾ ਲਿਆ ਪਰ ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ। ਕਿੱਡੀ ਵੱਡੀ ਮਹਾਨਤਾ ਸੀ ਕੇਸਾਂ ਦੀ। ਮਾਨਵਤਾ ਨੂੰ, ਮਨੁੱਖਤਾ ਨੂੰ ਗੁਲਾਮੀ ਦੇ ਜੂਲੇ ਹੇਠੋਂ ਕੱਢਣ ਦੇ ਲਈ 7 ਸਾਲ ਤੇ 9 ਸਾਲ ਦੀਆਂ ਜਿੰਦਾਂ ਆਪਣਾ ਆਪਾ ਕੁਰਬਾਨ ਕਰ ਦਿੰਦੀਆਂ। ਚੇਤਾ ਰੱਖਿਓ, ਤਿਆਰ ਕਰੋ ਬੱਚਿਆਂ ਨੂੰ। ਅਸੀਂ ਤਾਂ ਬੱਚੇ ਦਾ ਜਨਮ ਦਿਨ ਬਰਥਡੇ ਮਨਾਉਂਦੇ ਹਾਂ, ਕਹਿੰਦੇ ਬਰਥਡੇ ਮਨਾਉਣਾ, ਬਰਥਡੇ ਜਨਮ ਦਿਨ ਵੀ ਨਹੀਂ ਕਹਿੰਦੇ, ਬਰਥਡੇ ਮਨਾਉਣਾ। ਅਸੀਂ ਹੁਣ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਨਾ, ਉਹਨੂੰ ਵੀ ਬੱਚੇ ਕਹਿੰਦੇ ਵੀ ਬਾਬੇ ਦਾ ਬਰਥਡੇ ਆ ਗਿਆ, ਗੁਰੂ ਨਾਨਕ ਸਾਹਿਬ ਜੀ ਦਾ ਬਰਥਡੇ ਆ ਗਿਆ। ਮਨਾਇਆ ਜਾ ਸਕਦਾ, ਬਰਥਡੇ ਵੀ ਮਨਾ ਲਓ, ਜਨਮ ਦਿਨ ਮਨਾ ਲਓ, ਕੁਛ ਵੀ ਕਹਿ ਕੇ ਮਨਾ ਲਓ, ਪਰ ਮਨਾਉਣ ਦਾ ਤਰੀਕਾ ਕੀ ਹੈ?
25 ਤਰੀਕ ਨੂੰ ਕ੍ਰਿਸਮਸ ਡੇ ਮਨਾਇਆ ਬੱਚਿਆਂ ਨੇ, ਬਜ਼ੁਰਗਾਂ ਨੇ। 24 ਤੋਂ ਲੈ ਕੇ 26 27 ਤਰੀਕ ਤੱਕ ਜਿਹੜਾ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੁੰਦੀਆਂ, ਇਹਨਾਂ ਸ਼ਹੀਦੀ ਦਿਹਾੜਿਆਂ 'ਚ ਜਦੋਂ ਅਸੀਂ ਇੱਕ ਦੂਜੇ ਨੂੰ ਸੁਨੇਹੇ ਦੇ ਕੇ 25 ਦਸੰਬਰ ਦੇ ਸੁਨੇਹੇ ਦੇ ਕੇ ਇੱਕ ਦੂਜੇ ਨੂੰ ਦੱਸਦੇ ਆ ਨਾ ਵੀ ਕ੍ਰਿਸਮਸ ਡੇ ਹੈ, ਅੱਜ ਛੁੱਟੀ ਹੈ, ਅੱਜ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਣਾ, ਉਸ ਵਕਤ ਅਸੀਂ ਸਾਹਿਬਜ਼ਾਦਿਆਂ ਨੂੰ ਭੁੱਲੇ ਹੁੰਦੇ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਨਾ, ਆਪਣੇ ਘਰਾਂ ਵਿੱਚ ਛੋਟੇ ਬੱਚਿਆਂ ਨੂੰ ਕੀ ਦਿੰਦੇ ਅਸੀਂ ਜਨਮ ਦਿਨ ਤੇ ਕੀ ਦਿੰਦੇ ਆ? ਕੋਈ ਕਹੇਗਾ ਵੀ ਤੈਨੂੰ ਗੇਮ ਲੈ ਕੇ ਦੇਵਾਂਗੇ, ਕੋਈ ਟੈਬ ਲੈ ਕੇ ਦੇਵਾਂਗੇ, ਕੋਈ ਲੈਪਟਾਪ ਲੈ ਦੇਵਾਂਗੇ, ਕੋਈ ਮੋਬਾਈਲ ਫੋਨ ਲੈ ਦੇਵਾਂਗੇ, ਜਾਂ ਕੋਈ ਹੋਰ ਤੇਰੇ ਖੇਡਣ ਵਾਲੀ ਚੀਜ਼ ਲੈ ਦੇਵਾਂਗੇ, ਜਾਂ ਕੋਈ ਹੋਰ ਤੋਹਫੇ ਲਿਆ ਕੇ ਪੇਸ਼ ਕੀਤੇ ਜਾਂਦੇ ਨੇ ਬੱਚਿਆਂ ਦੇ ਲਈ। ਆਪਣੇ ਬੱਚਿਆਂ ਦੇ ਜਦੋਂ ਘਰਾਂ ਵਿੱਚ ਜਨਮ ਦਿਨ ਮਨਾਉਂਦੇ ਆ ਨਾ, ਉਸ ਦਿਨ ਫਤਿਹ ਸਿੰਘ ਨੂੰ ਸਾਹਮਣੇ ਰੱਖ ਲਿਓ। ਉਸ ਦਿਨ ਬਾਬਾ ਫਤਿਹ ਸਿੰਘ ਨੂੰ ਭੁੱਲਿਓ ਨਾ। 7 ਸਾਲ ਦੇ ਫਤਿਹ ਸਿੰਘ ਦੀ ਕਿਤੇ ਤਸਵੀਰ ਹੀ ਸਾਹਮਣੇ ਰੱਖ ਕੇ ਬੈਠ ਜਿਓ, ਭਾਵੇਂ ਕਿ ਕਾਲਪਨਿਕ ਹੀ ਹੈ, ਪਰ ਯਾਦ ਦਵਾਵੇਗੀ ਇੱਕ ਵੀ ਫਤਿਹ ਸਿੰਘ ਕਿੱਦਾਂ ਦੱਸ। ਅਸੀਂ ਤਾਂ ਹੋਰ ਹੀ ਪਖੰਡ ਆਰੰਭ ਕਰ ਦਿੱਤਾ। ਬੱਚੇ ਦੇ ਸਿਰ ਤੇ ਇੱਕ ਟੋਪੀ ਪਾ ਦਿੱਤੀ ਜਾਂਦੀ ਬਣਾਉਟੀ, ਟੋਪੀਆਂ ਪਹਿਨਣ ਵਾਲੇ ਥੋੜੀ ਹੈ। ਇਹਨਾਂ ਸਿਰਾਂ ਤੇ ਦਸਤਾਰਾਂ ਸੱਜੀਆਂ ਸੀ, ਇਹਨਾਂ ਸਿਰਾਂ ਤੇ ਤਾਂ ਦਮਾਲੇ ਸੱਜੇ ਸੀ। ਉਹ ਤਾਂ ਅੱਜ ਤੱਕ ਵੀ ਵੈਰੀ ਨੂੰ ਸੱਜੇ ਹੋਏ ਦਮਾਲੇ ਤੇ ਦਸਤਾਰਾਂ ਚੁੱਭਦੀਆਂ ਨੇ। ਵੈਰੀ ਤਾਂ ਕਹਿੰਦਾ ਖੁਸ਼ ਹੋਵੇਗਾ ਵੀ ਇਹ ਆਪਣੇ ਆਪ ਹੀ ਹੁਣ ਟੋਪੀਆਂ ਪਾਉਣੀਆਂ ਆਰੰਭ ਕਰ ਦਿੱਤੀਆਂ ਨੇ। ਮੈਨੂੰ ਤਾਂ ਲੋੜ ਹੀ ਨਹੀਂ ਪਈ ਇਹਨਾਂ ਦੇ ਸਿਰ ਤੇ ਟੋਪੀਆਂ ਪਾਉਣ ਦੀ। ਬੱਚੇ ਦਾ ਬਰਥਡੇ ਹੋਵੇ ਤਾਂ ਵੀ ਟੋਪੀਆਂ, ਇੱਕ ਨੇ ਨਹੀਂ ਪਤਾ ਨਹੀਂ ਕਿੰਨੇ ਬੱਚਿਆਂ ਦੇ ਸਿਰ ਤੇ ਹੋਰ ਪਵਾ ਦਿੱਤੀਆਂ ਜਾਂਦੀਆਂ ਬਣਾਉਟੀ। ਜਿਹੜਾ ਬੱਚਾ ਅੱਜ ਉਹ ਪਹਿਨ ਗਿਆ ਨਾ, ਫਿਰ ਸੱਚੀ ਮੁੱਚੀ ਅਸਲੀ ਟੋਪੀ ਪਹਿਨਣ ਨੂੰ ਵੀ ਤਿਆਰ ਹੋ ਜਾਣਾ। ਜਦੋਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ ਨਾ, ਸਾਧ ਸੰਗਤ ਜਰਾ ਗੌਰ ਕਰਿਓ, ਇਹ ਮਾਂ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਕਿਧਰੇ ਭੁਲਾਇਓ ਨਾ। ਸਦਕੇ ਜਾਈਏ ਉਸ ਮਾਂ ਦੇ ਜਿਹੜੀ ਠੰਡੇ ਬੁਰਜ ਵਿੱਚ ਵੀ ਕਹਿੰਦੀ ਸੀ ਕੱਲ ਨੂੰ ਤੂੰ ਤੁਰ ਜਾਣਾ, ਕੱਲ ਨੂੰ ਸਦਾ ਲਈ ਜਾ ਰਿਹਾ। ਮੇਰੇ ਪਿਆਰੇ ਬੱਚਿਆ, ਤੂੰ ਕੱਲ ਨੂੰ ਸਦਾ ਲਈ ਜਾ ਰਿਹਾ। ਜਲਾਦ ਉਹ ਜਿਹੜੇ ਚੌਧਰੀ ਲੋਕ ਸਨ ਉਸ ਵਕਤ ਦੇ, ਉਹ ਤਾਂ ਪਲ ਪਲ ਤੇ ਖਬਰ ਰੱਖਦੇ ਸੀ ਕਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਰਿਵਾਰ ਦਾ ਕੋਈ ਮੈਂਬਰ ਪਕੜਿਆ ਜਾਵੇ, ਕਦੋਂ ਉਹਨੂੰ ਸ਼ਹੀਦ ਕੀਤਾ ਜਾਵੇ, ਕਦੋਂ ਅਸੀਂ ਵੱਡੇ ਵੱਡੇ ਰੁਤਬੇ ਤੇ ਵੱਡੇ ਵੱਡੇ ਤੋਹਫੇ, ਵੱਡੇ ਵੱਡੇ ਇਨਾਮ ਤੇ ਆਪਣੇ ਅਹੁਦੇ ਵਧਾਉਣ ਦਾ ਯਤਨ ਕਰੀਏ, ਕਦੋਂ ਸਾਡਾ ਇਹ ਸਮਾਂ, ਇਹ ਘੜੀ ਸੁਲੱਖਣੀ ਸਾਡੇ ਲਈ ਆਵੇਗੀ। ਪਰ ਇੱਕ ਦਿਨ ਆ ਗਈ, ਇੱਕ ਦਿਨ ਉਹ ਘੜੀ ਸੁਲੱਖਣੀ ਆ ਗਈ। ਪਰ ਇਹ ਸ਼ਾਇਦ ਇਹ ਸਾਡੀ ਕੌਮ ਵਾਸਤੇ ਵੀ ਘੜੀ ਸੁਲੱਖਣੀ ਹੋਵੇਗੀ, ਕਿਉਂਕਿ ਉਹ ਸ਼ਹੀਦੀਆਂ ਨਾ ਦਿੰਦੇ। ਸ਼ਾਇਰ ਦੇ ਬੋਲ ਨੇ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਨਤ ਹੋਤੀ ਸਭ ਕੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤੇ ਸ਼ਾਇਦ ਇਸ ਧਰਤੀ ਤੇ ਸਿੱਖਾਂ ਦੀ ਦਸਤਾਰ ਨਾ ਅੱਜ ਦਿਸਦੀ, ਇੱਥੇ ਦਸਤਾਰ ਨਾ ਦਿਸਦੀ। ਅੱਜ ਅਸੀਂ ਮਾਣ ਨਾ ਕਹਿੰਦੇ ਹਾਂ, ਅੱਜ ਅਸੀਂ ਫਖਰ ਕਰਦੇ ਹਾਂ ਇਸ ਗੱਲ ਦਾ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੇਰੇ ਸਦਕੇ ਜਾਈਏ। ਸਰਬੰਸਦਾਨੀ ਦਸ਼ਮੇਸ਼ ਪਿਤਾ ਮਹਾਰਾਜ, ਕਵੀ ਨੇ ਲਿਖਿਆ ਨਾ, ਭਾਰਤ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ। ਬੋਲੋ ਸਾਧ ਸੰਗਤ, ਸਾਰੇ ਬੋਲੋ ਖਗਰ ਗੱਜ ਕੇ ਇੱਕ ਵਾਰੀ। ਭਾਰਤ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਤੇ ਭਾਰਤ ਦੇ ਲੋਕ ਤਾਂ ਡਫਲੀਆਂ ਵਜਾ ਕੇ ਤੁਰੇ ਫਿਰਦੇ ਸੀ। ਅੱਜ ਵੀ ਤਾਂ ਥਾਲੀਆਂ ਖੜਕਾਉਣ ਵਾਲਿਆਂ ਦੀ ਘਾਟ ਥੋੜੀ ਹੈ, ਅੱਜ ਘਾਟ ਥੋੜੀ ਹੈ ਕਿਧਰੇ। ਜਿਹੜੇ ਗਊ ਮੂਤਰ ਪੀ ਕੇ ਇਲਾਜ ਕਰਨਾ ਚਾਹੁੰਦੇ ਨੇ ਦੂਜਿਆਂ ਦਾ, ਜਿਹੜੇ ਗੋਬਰ ਨੂੰ ਪਿੰਡੇ ਤੇ ਮਲ ਕੇ ਦੂਜਿਆਂ ਦਾ ਇਲਾਜ ਕਰਨਾ ਚਾਹੁੰਦੇ, ਉਸ ਵਕਤ ਦੀ ਵੀ ਇੱਕ ਕਵਿਤਾ ਬੜੀ ਪਿਆਰੀ ਹੈ ਕਵੀ ਦੀ, ਮੈਂ ਸਾਂਝੀ ਕਰਦਾ ਜਾਵਾਂ। ਕਾਲੀ ਕਲਕੱਤੇ ਵਾਲੀ ਕਰ ਗਈ ਭੌਣ ਖਾਲੀ, ਜਾਏ ਕੇ ਬਰਾਜੀ ਕਹੀਂ ਚਾਦਰੋਂ ਕੋ ਤਾਣ ਕੇ। ਉਸ ਵਕਤ ਵੀ ਬੜੇ ਦੇਵੀਆਂ ਦੇਵਤੇ ਪੂਜੇ ਜਾਂਦੇ ਸਨ, ਬੜਾ ਪੂਜਾ ਪ੍ਰਤਿਸ਼ਠਾ ਕਰਨ ਵਾਲੇ ਲੋਕ ਇਕੱਤਰ ਹੁੰਦੇ ਸੀ, ਬੜੇ ਲੋਕ ਇਕੱਠੇ ਹੁੰਦੇ ਸੀ। ਪਰ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੱਲ ਕੇ ਪੂਰੇ ਭਾਰਤ ਦੇ ਕਸ਼ਮੀਰੀ ਪੰਡਤ ਜਾਂ ਪੜ੍ਹੇ ਲਿਖੇ ਸੂਝਵਾਨ ਪੰਡਤਾਂ ਦਾ ਵਫਦ ਕਸ਼ਮੀਰ ਤੋਂ ਚੱਲ ਕੇ ਕਿਰਪਾ ਰਾਮ ਜੀ ਦੀ ਅਗਵਾਈ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜਿਆ ਨਾ, ਉਦੋਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਹੀ ਪੁੱਜਿਆ ਸੀ। ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਮਿਹਰ ਕਰੋ, ਸਾਡਾ ਹੱਥ ਫੜੋ। ਸਾਡੇ ਮੰਦਰ ਢਹਿ ਗਏ, ਸਾਡੇ ਜਨੇਊ ਲੈ ਗਏ, ਸਾਡੇ ਤਿਲਕ ਲੈ ਗਏ, ਸਾਡੇ ਤਾਂ ਘਰ ਲੁੱਟੇ ਪੁੱਟੇ ਗਏ, ਸਾਨੂੰ ਤਾਂ ਔਰੰਗਜ਼ੇਬ ਨੇ ਇੱਕ ਨੁਕਰੇ ਲਾ ਕੇ ਰੱਖ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹੌਸਲਾ ਤੇ ਢਾਰਸ ਦਿੱਤੀ। ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਬੁਲੰਦ ਹੌਸਲੇ ਕਰਨ ਵਾਸਤੇ ਆਖਿਆ ਵੀ ਤਿਆਰ ਹੋਵੋ, ਤਿਆਰੀ ਕਰੋ, ਆਪਣੀ ਹੱਕਾਂ ਦੀ ਖਾਤਰ ਲੜਨਾ ਸਿੱਖੋ ਥੋੜਾ ਜਿਹਾ। ਪਰ ਉਹ ਕਦੋਂ ਹੱਕਾਂ ਦੀ ਖਾਤਰ ਲੜਨਾ ਸਿੱਖਣ ਜਿਹੜੇ ਕਹਿੰਦੇ ਸੀ ਕਾਮ ਹਮਾਰਾ
बोलो खा जरा, काम हमारा तोलन तकड़ी, नंगी करद कबू नहीं पकड़ी, चिड़ी उड़े डर से मर जाऊं, मुगलों से कैसे लड़ पाऊं। ये असी तो चिड़ी पर मारे तो साढ़े त्रौ निकल जाते हैं, साडा दिल बाहर नूं आउंदा, साडा कालजा बाहर नूं आउंदा, जदों चिड़ी एक बारी पर मार जाए, महाराज असी कित्थों लड़ा। गुरु तेग बहादुर साहब जी जदों उन्हां दा जीवन पढ़ते हैं ना, उन्हां मुर्दा होए लोकां दे अंदर नवीं रूह फूकी सतगुरु महाराज ने, उठो इत्थे पाप की जंज लै काबलों धाया, जोरी मंगे दान वे लालो। गुरु नानक साहब जी ने नवीं रूह फूकी, तैयार हो बाबर हमला करने वास्ते आ रहा। गुरु तेग बहादुर साहब महाराज जी ने आख्या तैयार हो, जे औरंगजेब हमला करता है ना तो तुहाडे विच भी किते ना किते कमियां कमजोरियां हैगियां ने। देवियां पूजन वाले, देवतियां नूं पूजन वाले, मड़ियां मसाणा नूं पूजन वाले, पता नहीं और किधरे किधरे जाके किन्नियां पूजा प्रतिष्ठा करन वाले, उस वक्त कोई भी ना नेड़े बौड़िया। सतगुरु गुरु तेग बहादुर साहब जी ने दिल्ली विच जाके शहादत दिती। सतगुरु महाराज जी दीयां 3 गिरफ्तारियां कीतियां, पहला 3 गिरफ्तारियां होईयां। सरदार महेंद्र सिंह योश जी ने एक किताब लिखी गुरु तेग बहादुर साहब जी के जीवन ते, ਉਹਦੇ ਵਿੱਚ 3 ਡੇਟਾਂ ਦਿੱਤੀਆਂ ਵੀ 3 ਵਾਰੀ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਹੋਈ ਹੈ। ਤੇ ਉਹ 3 ਵਾਰੀ ਗ੍ਰਿਫਤਾਰੀ ਕਿਉਂ ਹੋਈ, ਕਿਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ, ਜਿਨ੍ਹਾਂ ਨੇ ਇਨਕਲਾਬ ਸਿਰਜਿਆ ਹੁੰਦਾ। ਤੇ ਮੈਂ ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਇਨਕਲਾਬ ਦਾ ਜਨਮ ਭੋਰਿਆਂ ਵਿੱਚ ਬੈਠ ਕੇ ਨਹੀਂ ਹੁੰਦਾ, ਇਨਕਲਾਬ ਦਾ ਜਨਮ ਟੱਲ ਖੜਕਾ ਕੇ ਨਹੀਂ ਹੁੰਦਾ, ਇਨਕਲਾਬ ਦਾ ਜਨਮ ਮਾਲਾ ਫੇਰ ਕੇ ਨਹੀਂ ਹੁੰਦਾ। ਇਨਕਲਾਬ ਵੇਖਣਾ ਤੇ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਇੱਕ ਵਾਰੀ ਧਿਆਨ, ਤੇ ਜਾਂ ਸਰਹੰਦ ਦੀ ਧਰਤੀ ਵੱਲ ਨੂੰ ਧਿਆਨ ਲੈ ਕੇ ਸਾਨੂੰ ਜਾਣਾ ਪਵੇਗਾ। ਜੇ ਇਨਕਲਾਬ ਦਾ ਜਨਮ ਵੇਖਣਾ, ਜੇ ਲੋਕਾਂ ਨੂੰ ਜ਼ਿੰਦਗੀ ਜਿਉਂਦੇ ਵੇਖਣਾ, ਜੇ ਚਰਖੀਆਂ ਤੇ ਚੜ੍ਹਦੇ ਵੇਖਣਾ, ਤੇ ਲਾਹੌਰ ਵੱਲ ਨੂੰ ਤੱਕਣਾ ਪਵੇਗਾ, ਲਾਹੌਰ ਵੱਲ ਨੂੰ ਵੇਖਣਾ ਪਵੇਗਾ। ਜੇ ਉਬਲਦੀਆਂ ਦੇਗਾਂ ਵੱਲ ਨੂੰ ਵੇਖਣਾ ਹੈ ਤੇ ਲਾਹੌਰ ਵੱਲ ਵੇਖਣਾ ਪਵੇਗਾ। ਚੱਲਦੇ ਹੋਏ ਆਰਿਆਂ ਨੂੰ ਤੱਕਣਾ ਤੇ ਦਿੱਲੀ ਦੀ ਧਰਤੀ ਤੇ ਚਾਂਦਨੀ ਚੌਕ ਵੱਲ ਧਿਆਨ ਲੈ ਕੇ ਜਾਣਾ ਪਵੇਗਾ। ਇਨਕਲਾਬ ਸਿਰਜਣ ਵਾਲਿਆਂ ਨੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿੱਚੋਂ 90 ਤੋਂ ਵੱਧ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ, 90 ਤੋਂ ਵੱਧ ਇੱਕ ਪਰਿਵਾਰ ਦੇ ਵਿੱਚੋਂ। ਅਜੇ ਇਤਿਹਾਸਕਾਰਾਂ ਨੂੰ ਅਜੇ ਵੰਗਾਰ ਹੈ, ਬਾਕੀ ਵੀ ਉਹਨਾਂ ਦੀ ਖੋਜ ਚੱਲ ਰਹੀ ਹੈ। ਅਸੀਂ ਕਿੱਥੇ ਖੜੇ ਹਾਂ? ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਇਦਾਂ ਦਾ ਮਾਹੌਲ ਸਿਰਜੀਏ ਕਿ ਸਾਹਿਬਜ਼ਾਦਿਆਂ ਵਰਗੇ ਆਪਣੇ ਬੱਚਿਆਂ ਨੂੰ ਬਣਾਈਏ, ਨੌਜਵਾਨਾਂ ਨੂੰ ਬਾਬਾ ਅਜੀਤ ਸਿੰਘ ਵਰਗੇ ਬਣਾਈਏ, ਜਿਸ ਯੋਧੇ ਦੀ ਛਾਤੀ ਤੇ ਪਤਾ ਨਹੀਂ ਕਿੰਨੇ ਤੀਰ ਲੱਗੇ, ਵੈਰੀਆਂ ਦੇ ਆਹੂ ਲਾਉਂਦਾ ਚਮਕੌਰ ਦੇ ਯੁੱਧ ਵਿੱਚ ਸ਼ਹੀਦ ਹੋ ਗਿਆ। ਤੁਰ ਲੱਗਿਆ ਆਪਣੇ ਪਿਤਾ ਨੂੰ ਕਹਿ ਕੇ ਗਿਆ, ਪਿਤਾ ਗੁਰੂ ਜੀ ਨਾਮ ਕਾ ਅਜੀਤ ਹੂੰ, जीता नहीं जाऊंगा, जीता गया तो अगर जीता नहीं आऊँगा। जे मैनू किसी ने जित लिया तो मैं जिउंदा वापस नहीं आवांगा। सतगुरु पहली गल मैनू कोई जित नहीं सकता, तुहाडी थापड़ा होवे मेरी कंड ते, तुहाडा थापड़ा होवे तो मैनू कोई जित नहीं सकता। गुरु के प्यारिओ, अज असीं थां थां ते हार दा मूँह वेख रहे हैं। बहुते परिवारां दे ये फोन आउंदे ने जां बहुते परिवारां दे सवाल हुंदे ने, बच्चे आखे नहीं लगदे, बच्चे कहना नहीं मानते। किते ना किते सानू झात मार के वेखनी पवेगी। असी बच्चों के नाल प्यार वाला सुभाव, दोस्ती बना के, मित्रता बना के, एक वक्त हुंदा सी सारा परिवार एक घर विच बैठ के बाणी पढ़दा सी, बाणी नूं समझदा सी, प्यार दी बोली बोलदा सी, बच्चों नूं अपने नाल कोल बिठा के अपने विरसे तो जाणू करवाउंदा सी, ते बच्चे दृढ़ इरादियां दे नाल उह सिੱਖੀ सिदक निभाउंदे रहे ते कौम लई पूरने पाउंदे रहे। जे अज साडा बच्चा गायकां नूं रोल मॉडल समझदा है ना, फिल्मी हीरो नूं किसे नूं रोल मॉडल समझदा ना किते उहनूं इह कमज़ोरी रह गई है कि उहनूं नलूए सरदार बारे नहीं दस्सिया गया, उहनूं जस्सा सिंह आलूवालीए बारे नहीं दस्सिया गया, उहनूं भाई हाठू सिंह ते भाई बागड़ सिंह बारे नहीं दस्सिया गया, उहनूं बाबा सुखा सिंह ते महताब सिंह बारे नहीं दस्सिया गया, उन्होंने नहीं दस्सिया गया, तो सरदार बघेल सिंह झबाड़िए बारे नहीं दस्सिया गया, जिन्हें दिल्ली नूं फतेह करके ते लाल किले ते केसरी निशान चुला दिता सी। नहीं दस्सिया गया, ते नहीं दस्सिया गया साहिबजादियां बारे। गुरु के प्यारिओ, केवल इन्ना नहीं कि असी पिछे पिक्चर आई सी 4 साहिबजादियां दे जीवन ते वेख के ते असी इमोशनल हो गए भी बल्ले 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 आ कुछ होया। ये कुछ होया क्यों, किस कारणों करके होया, उन्होंने समझिए भी सानू आज़ाद करने के लिए उन्होंने कुर्बानियां दित्तियां। आओ जिथे उन्होंने पर उपकारां नूं असीं सारे जाने रल के चेते कर रहे हैं, उन्होंने कुछ ना कुछ जीवन के विचों अंश अपने घरां विच लैके जाइए, अपने घरां दे विचों वो
गुरु कलगीधर पातशाह महाराज अपने साहबजादियां नूं तक्कण, जदों साहबजादियां दी शहीदी हुंदी है, बड़ा प्यारा कवि अल्लाह यार खां जोगी ने लिखिया कि ठोडी तक ईटें चिन दी गई, मुँह तक आ गई, बीनी को ढांपते वो आँखों पे छा गई। वो जदों उन्हां दी ठोडी तक कंध आ गई ना, ते बच्चियां दा साह बंद हो गया, कंध फट गई, डिग गई, बेहोश हो गए। अगले दिन फिर उन्होंने कचहरी में लिया के पेश किया गया। फिर साहबजादियां नूं शाशल बेग ते बाशल बेग दो जलादां ने साहबजादियां नूं शहीद किया। छुरीआं दे नाल कोह के उन्हां दी गर्दन धड़ दे नालों अलग करके उन्होंने शहीद किया। ये शहीदी का कारनामा साडी कौम दे लई सदा ही चानण मुनारा होवेगा उन्हां दी शहीदी। पर गुरु के प्यारिओ भुलना ना, ਜਿਹੜੀਆਂ कौमां अपने इतिहास नूं अपने विरसे नूं भुल जाण ना, वो दुनिया के नक्शे तो सदा लई खत्म हो जांदियां ने। आओ उन्हां कौम के वारसां नूं याद करिए जिहड़े कहिंदे सी हम जान दे के औरों की जाने बचा चले, सिक्खी की है नींव सरों पे उठा चले। उन्हां नूं याद करिए जिन्हां ने सिक्खी दी नींव अपने सिरां दे उपर रखी सी, उन्हां नूं चेते रखिए। ये अज दस्तार सिर ते सजी दिसती है ना, ये दस्तार कोई 10 गज 5 गज कपड़ा नहीं है, ये अणख ते स्वैमान का प्रतीक है। दस्तार साडी इज्जत आबरू का प्रतीक है। गुरु कलगीधर महाराज के चढ़ती कला के निशाना का प्रतीक है। गुरु के प्यारे उन्होंने चढ़ती कला के विच लैके जाना। सतगुरु कृपा करन, अपने परिवारों में गुरमत बाणी पढ़ो, आप खंडे बाटे की पौ लो, गुरु वाले बनो, गुरबाणी नूं अर्थां समेत पढ़ो, बच्चों के नाल इतिहास दीयां साखियां साझियां करो ताकि साडे बच्चे विरसे दे नाल जुड़ के गुरु वाले बन सकन। आप सब का धन्यवाद, शुक्र मालक जी का, प्रबंधक वीरां का तह दिलों धन्यवाद अते गुरु नानक एजुकेशन सेवा सोसाइटी RS पुरा जिन्हां ने ये उद्यम किया कि वख-वख पिंडां दे विच गुरमत समागम रख के सफरे शहादत उन्हां योधियां दी शहीदी नूं समर्पित संगत नूं जागरूक किया जावे, बच्चियां नूं जागरूक किया जावे ताकि असी अपना विरसा ते अपने उन्हां पुरखियां दा इतिहास जिहड़ा वा उन्हूं जिउंदा रख सकीए, उन्हां दे पाए पूरनिਆਂ ते चल सकीए। गुरमत ज्ञान मिशनरी कॉलेज लुधियाना वल्लों आप सरबत संगतां दा, प्रबंधक वीरां दा, नौजवानां दा, भैणां बीबियां दा, गुरु घर दे सेवादार वीर जी जिहड़े बड़े तनदेही नाल गुरु घर विच सेवा निभा रहे ने, मन करके सेवा निभा रहे ने, उन्हां दा भी तह दिलों धन्नवाद। भुल्लां चुकां दी खिमा बख्शणी। आओ गुरु फतेह नाल सांझ करो, आखो जी वाहिगुरू जी का खालसा वाहिगुरू जी की फतेह।